सतगुर की जिसनु मत आवे सो सतगुर माहे समाना। एह बाणी जो जियों जाने तिस अंतर रवै हर नाम। बाणी गुरु गुरु है बाणी विच बाणी अमृत सारे। गुर बाणी कहे सेवक जन माने। पर तख गुरु निस्तारे। बाणी बिरलो विचार सी। जे को गुरमुख होए एह बाणी महापुरख की। निज घर वासा होए। श्री राग महला पहला। पर में बहाना विजवै जे पवै दिसंतर देश। अंतर मैल न उतरै त्रिग जीवन त्रिग वेश। होर कितै भगत ना होवै बिन सतगुर के उपदेश। मन रे गुरमुख अगन निवार। गुर का कहिया मन वसै। हाँ मैं तृष्णा मार रहाऊ। मन मानक निर्मूल है राम नाम पत पाए। मिल सत संगत हर पाइय। गुरमुख हर लिव लाए। आप गया सुख पाया मिल सलल सलल समाए। जिन हर हर नाम न चेत्यो सो अवगण आवे
जाए। जिस सतगुर पुरख न भेटियो सो भौ जल पचै पचाए। एह मानक जियो निर्मोल है इयों कौड़ी बदल जाए। जिन्ना सतगुर रस मिलै से पूरे पुरख सुजान। गुर मिल भौ जल लंघिए दरगाह पत परवान। नानक ते मुख उजले तुन उपजै शब्द निशान। जिन्ना सतगुर रस मिलै से पूरे पुरख सजान। गुर मिल भौ जल लंघिए दरगाह पत परवान। नानक ते मुख उजले तुन उपजै शब्द निशान। वाहिगुरु जी का खालसा वाहिगुरु जी की फतेह। ये पावन शब्द जो श्री राग जो गुरु ग्रंथ साहब महाराज का पहला राग है। इस राग विच जगत गुरु गुरु नानक साहब महाराज जी दे पवित्र मुख तो उच्चारण होया। श्री गुरु ग्रंथ साहिब पातशाह महाराज जी दे 22 अंग ते दर्ज है। इस शब्द की विचार भाई दविंदरपाल सिंह जी लुधियाने वाले आप जी नूं सरवण करवाउणगे। एक दिन का उन्हां दा समा है साडे पास। प्रबंधक सेवादारां वल्लों भाई साहब जी का धन्नवाद। अमृत संचार हर ऐतवार 11 बजे हुंदा है। गुरु घर की सेवा दे विच गुरु घर की सेवा दे विच गुरु के लंगरां वास्ते रसद, कड़ा प्रसाद की देग वास्ते देसी घ्यो, बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। अपने घरां दे विच बच्चों के नाल पंजाबी बोलो, बच्चों नूं गुरमुखी पढ़ाओ ताकि साडे बच्चे गुरु ग्रंथ साहिब पातशाह महाराज जी दे चरनी लग सकन। अपने नामां दे नाल भी जातां पातां गोत्र नहीं लिखने चाहिए। सिंह ते कौर शब्द लिखो।
ਇਹਨਾਂ ਜਾਤਾਂ ਪਾਤਾਂ ਨੂੰ ਸਿੱਖ ਧਰਮ ਦੇ ਵਿੱਚ ਕੋਈ ਪ੍ਰਵਾਨਗੀ, ਕੋਈ ਥਾਂ ਨਹੀਂ ਹੈ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਕਾਰਯੋਗ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਹੋ ਰਹੀ ਹੈ, ਮਿਹਰਾਂ ਹੋ ਰਹੀਆਂ ਹਨ, ਜੋ ਗੁਰੂ ਚਰਨਾਂ ਵਿੱਚ ਆਪਾਂ ਨਤਮਸਤਕ ਹੋ ਰਹੇ ਹਾਂ। ਸਤ ਸੰਗ ਦੀਆਂ ਘੜੀਆਂ ਨਸੀਬ ਹੋ ਰਹੀਆਂ ਹਨ, ਜਿੱਥੇ ਲੜੀਵਾਰ ਗੁਰੂ ਕੀ ਬਾਣੀ, ਅੰਮ੍ਰਿਤ ਬਾਣੀ ਦੀ ਵਿਚਾਰ ਆਪਾਂ ਸਾਂਝਿਆਂ ਕਰਨੀ ਹੈ। ਉੱਥੇ ਆਪ ਜੀ ਕਿਰਪਾ ਕਰੋ, ਇੱਕ ਪਵਿੱਤਰ ਯਾਤਰਾ ਸੰਖੇਪ ਜੇ ਥੋੜੇ ਜੇ ਸਮੇਂ ਵਿੱਚ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਤਵੇਂ ਸਤਿਗੁਰਾਂ ਨੇ ਗੁਰਤਾ ਗੱਦੀ ਬਖਸ਼ ਦਿੱਤੀ ਹੈ। ਆਪਣੇ ਛੋਟੇ ਸਪੁੱਤਰ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ। ਔਰ ਦਾਤਾ ਜੀ ਜੋਤੀ ਜੋਤ ਸਮਾ ਗਏ ਸਤਵੇਂ ਸਤਿਗੁਰੂ। ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਰਤੇ ਦੀ ਕੀਰਤੀ ਦਾ ਹਰ ਵੇਲੇ ਰੰਗ ਲੱਗਾ ਰਹਿੰਦਾ ਹੈ। ਟੁੱਟੇ ਜੁੜ ਰਹੇ ਹਨ, ਖੋਟੇ ਖਰੇ ਹੋ ਰਹੇ ਹਨ। ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਹਿਰਦੇ ਜਿਹੜੇ ਛਪੜਾਂ ਵਰਗੇ ਸੀ, ਮਿਹਰ ਦੀ ਦ੍ਰਿਸ਼ਟੀ ਨਾਲ ਸਰੋਵਰ ਕੇ ਮਾਨ ਸਰੋਵਰ ਬਣ ਰਹੇ ਹਨ। ਰੱਬੀ ਰਜ਼ਾ ਹੈ, ਸਤਿਗੁਰਾਂ ਨੂੰ ਉੱਥੋਂ ਇੱਥੇ ਦਿੱਲੀ ਆਉਣਾ ਹੈ। ਇਹ ਰੱਬੀ ਰਜ਼ਾ ਹੈ। ਬਾਹਰੋਂ ਦਿਸਦਾ ਔਰੰਗਜ਼ੇਬ ਨੇ ਭੇਜਿਆ ਹੈ ਇੱਕ ਖੱਤ, ਹਾਲਾਂਕਿ ਉਹਦੇ ਵਿੱਚ ਵੀ ਲਿਖਦੇ ਨੇ ਗਿਆਨੀ ਗਿਆਨ ਸਿੰਘ ਜੀ, ਬੜੀ ਸ਼ੀਰੀ ਜ਼ੁਬਾਨ ਵਿੱਚ ਲਿਖਿਆ ਗਿਆ ਸੀ। ਤੁਹਾਨੂੰ ਅਸੀਂ ਖੇਚਲ ਤਾਂ ਦੇ ਰਹੇ ਹਾਂ, ਤੁਹਾਡਾ ਭਰਾ ਕਹਿ ਰਿਹਾ ਬਾਬਾ ਰਾਮ ਰਾਏ। ਤੋ ਖੈਰ ਮੈਂ ਵਿਸਥਾਰ ਵਿੱਚ ਨਹੀਂ ਜਾਣਾ। ਇਹ ਬੜਾ ਪਵਿੱਤਰ ਕਾਫਲਾ ਉੱਥੋਂ ਤੁਰ ਪਿਆ, ਕਰਤੇ ਦੀ ਕੀਰਤੀ ਦੇ ਪੁਰ ਵਿੱਚੋਂ ਦਿੱਲੀ ਆ ਰਹੇ ਹਨ। ਰਸਤੇ ਵਿੱਚ ਇੱਕ ਸਥਾਨ ਆਇਆ ਪੰਜੋਖਰਾ। ਅੱਜ ਕੱਲ੍ਹ ਗੁਰਦੁਆਰਾ ਪੰਜੋਖਰਾ ਸਾਹਿਬ ਸ਼ਸ਼ੋਭਤ ਹੈ। ਕਈਆਂ ਪਾਸਿਆਂ ਤੋਂ ਸੰਗਤਾਂ ਦਰਸ਼ਨ ਦੀਦਾਰਿਆਂ ਲਈ ਆ ਰਹੀਆਂ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉੱਥੇ ਠਿਕਾਣਾ ਕੀਤਾ, ਕੁਝ ਸਮੇਂ ਲਈ ਰੁਕੇ। ਆ ਰਹੀਆਂ ਨੇ ਸੰਗਤਾਂ, ਦਰਸ਼ਨ ਕਰ ਕਰਕੇ ਨਿਹਾਲ ਹੋ ਰਹੀਆਂ ਨੇ।
ਜਿਸ ਜਿਸ ਦਾ ਵੀ ਮਸਤਕ ਸਤਿਗੁਰਾਂ ਦੇ ਚਰਨ ਕਮਲਾਂ ਨਾਲ ਛੋਹ ਜਾਂਦਾ, ਅੰਦਰ ਠੰਡ ਪੈ ਜਾਂਦੀ ਹੈ, ਚੈਨ ਮਿਲ ਜਾਂਦਾ ਹੈ। ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਨੇ, ਦੁਖੀਆਂ ਨੂੰ ਚੈਨ ਮਿਲ ਜਾਂਦਾ ਹੈ। ਨੇੜੇ ਹੀ ਇੱਕ ਪੰਡਿਤ ਜੀ ਰਹਿੰਦੇ ਨੇ, ਲਾਲ ਚੰਦ, ਗੀਤਾ ਦੇ ਰੋਜ਼ ਦੇ ਪਾਠੀ ਵੀ ਹਨ ਤੇ ਗੀਤਾ ਦੇ ਉਹ ਵਿਚਾਰਕ, ਪ੍ਰਚਾਰਕ, ਕਥਾਕਾਰ ਵੀ ਹਨ। ਹੁਣ ਸਾਧ ਸੰਗਤ ਜੀ ਜਦੋਂ ਉਹਨਾਂ ਨੇ ਵੇਖਿਆ ਬਈ ਅੱਜ ਬੜੀ ਗਹਿਮਾ ਗਹਿਮ ਹੈ, ਪੁੱਛ ਲਿਆ ਵੀ ਕੀ ਹੈ ਬਈ ਇੱਥੇ। ਗੁਰਸਿੱਖ ਤੋਂ ਪਤਾ ਲੱਗਿਆ 8ਵੀਂ ਸੱਚੀ ਸਰਕਾਰ ਆਏ ਹਨ। ਨਾਂ ਕੀ ਹੈ? ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਨਾਂ ਸੁਣ ਕੇ ਪੰਡਿਤ ਜੀ ਦੇ ਮਨ ਵਿੱਚ ਕੁਦਰਤੀ ਇਹ ਭਾਵ ਆ ਗਿਆ ਬਈ ਸ਼੍ਰੀ ਕ੍ਰਿਸ਼ਨ ਜੀ ਨੂੰ ਤਾਂ ਗੀਤਾ ਦਾ ਅਵਤਰਨ ਹੋਇਆ ਸੀ ਔਰ ਇਹਨਾਂ ਦਾ ਨਾਂ ਉਹਨਾਂ ਤੋਂ ਵੀ ਵੱਡਾ ਹੈ। ਜਾ ਕੇ ਵੇਖੀਏ ਕੁਛ ਗੀਤਾ ਦਾ ਇਹਨਾਂ ਨੂੰ ਪਤਾ ਵੀ ਹੈ ਕਿ ਨਹੀਂ। ਤੋ ਇੱਦਾਂ ਦੇ ਭਾਵ ਵਿੱਚ ਲਾਲ ਚੰਦ ਪੰਡਿਤ ਹੋਰੀ ਆਏ। ਜਦੋਂ ਆਏ ਤੇ ਹੈਰਾਨੀ ਹੋਰ ਵੱਧ ਗਈ। ਸਿੰਘਾਸਨ ਤੇ ਬੈਠੇ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ ਔਰ ਛਵੀ ਬਾਲ ਉਮਰਾਂ ਦੀ ਹੈ। ਹੋਰ ਹੈਰਾਨੀ, ਉੱਦਾਂ ਦਰਸ਼ਨ ਕਰਕੇ ਕੁਝ ਠੰਡ ਵੀ ਪਈ, ਅਦਬ ਵੀ ਆਇਆ, ਕਿਉਂਕਿ ਜਿਨ੍ਹਾਂ ਹਿਰਦਿਆਂ ਵਿੱਚ ਦਵੈਤ ਨਹੀਂ ਹੈ ਉਹਨਾਂ ਦੇ ਦਰਸ਼ਨ ਕਰਕੇ ਅਦਬ ਵੀ ਆਉਂਦਾ, ਠੰਡ ਵੀ ਪੈਂਦੀ ਹੈ। ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਤਮਾਮ ਭੇਖਾਂ ਦੇ ਸਾਧੂ ਆਇਆ ਕਰਦੇ ਸੀ। ਅੱਜ ਦੀ ਕਥਾ ਵਿੱਚ ਵੀ ਉਹਨਾਂ ਦਾ ਹੀ ਜ਼ਿਕਰ ਹੈ। ਕਿਸੇ ਵੀ ਭੇਖ ਦਾ ਆ ਜਾਣਾ, ਕਿਸੇ ਵੀ ਮਜ਼ਹਬ ਦਾ ਆ ਜਾਣਾ, ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਚੈਨ ਮਿਲਦਾ ਸੀ, ਟਿਕਾ ਮਿਲਦਾ ਸੀ, ਸੁੱਖ ਮਿਲਦਾ ਸੀ, ਕਿਉਂਕਿ ਦਵੈਤ ਹੈ ਹੀ ਨਹੀਂ। ਤਾਂ ਡਾਕਟਰ ਇਕਬਾਲ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਿੱਚ ਕਿਹਾ, ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ। ਇਸਲਾਮੀ ਜਗਤ ਫਾਰਸੀ ਵਿੱਚ ਤੌਹੀਦ ਕਹਿੰਦੇ ਨੇ, ਭਾਰਤੀ ਮਤਾਂ ਵਿੱਚ ਉਸ ਨੂੰ ਅਦਵੈਤ ਕਹਿੰਦੇ ਨੇ। ਸਭ ਮੈਂ ਜੋਤ ਜੋਤ ਹੈ ਸੋਏ। ਤੋ ਪੰਡਿਤ ਜੀ ਨੂੰ ਠੰਡ ਵੀ ਪਈ, ਸ਼ਾਂਤੀ ਵੀ ਮਿਲੀ, ਪਰ ਅੰਦਰ ਇੱਕ ਸ਼ੰਕਾ ਵੀ ਹੈ। ਇਹ ਨਿਆਣੀ ਜੀ ਉਮਰ ਦਾ ਬਾਲ ਹੈ, 50-50, 60-60 ਵਰ੍ਹਿਆਂ ਦੀਆਂ ਤਰੀਮਤਾਂ ਮਰਦ ਮੱਥੇ ਪੈ ਟੇਕਦੇ ਨੇ। ਇਹ ਕੀ ਬ੍ਰਹਮ ਗਿਆਨ ਦਿੰਦੇ ਹੋਣਗੇ? ਇਹ ਕੀ ਬ੍ਰਹਮ ਦਾ ਗਿਆਨ ਵੰਡਦੇ ਹੋਣਗੇ? ਇਹ ਸਵਾਲ ਆਉਣਾ ਬੜਾ ਸੁਭਾਵਿਕ ਸੀ। ਔਰ ਸਾਧ ਸੰਗਤ ਜੀ, ਪਰ ਫਿਰ ਬੜੇ ਅਦਬ ਨਾਲ ਵੀ ਬੇਅਦਬੀ ਵੀ ਨਾ ਹੋਵੇ ਤੇ ਸ਼ੰਕਾ ਵੀ ਮੇਰਾ ਦੂਰ ਹੋ ਜਾਏ। ਸਤਿਗੁਰਾਂ ਨੂੰ ਪੁੱਛ ਹੀ ਲਿਆ ਬਈ ਕ੍ਰਿਸ਼ਨ ਜੀ ਨੂੰ ਤੇ ਗੀਤਾ ਉਤਰੀ ਸੀ, ਤੁਹਾਡਾ ਨਾਂ ਉਹਨਾਂ ਤੋਂ ਵੀ ਵੱਡਾ ਹੈ। ਹੁਣ ਸਾਧ ਸੰਗਤ ਜੀ ਕਹਿਣ ਲੱਗਾ, ਤੁਸੀਂ ਗੀਤਾ ਦੇ ਅਰਥ ਹੀ ਕਰਦੇ ਹੋ। ਸਤਿਗੁਰਾਂ ਨੇ ਜਿਹੜੇ ਬਚਨ ਕਹੇ ਬੜੇ ਕੀਮਤੀ ਨੇ। ਸਤਿਗੁਰੂ ਕਹਿੰਦੇ, ਮੈਂ ਤੇ ਸੋਹਣੇ ਪੰਡਿਤ ਜੀ ਅਰਥ ਕਰ ਦੇਵਾਂਗਾ, ਪਰ ਤੁਹਾਡੀ ਸ਼ੰਕਾ ਬਣੀ ਰਹਿ ਜਾਏਗੀ। ਜੇ ਸ਼ੰਕਾ ਬਣੀ ਰਵੇ, ਬੰਦਾ ਸਮਾਧੀ ਲੀਨ ਨਹੀਂ ਹੁੰਦਾ। ਜਦੋਂ ਇਹ ਬੋਲ ਹੀ ਸੁਣੇ, ਪੰਡਿਤ ਦੇ ਪੈਰਾਂ ਹੇਠੋਂ ਜ਼ਮੀਨ ਸਰਕਣ ਲੱਗੀ ਹੈ। ਉਸੇ ਵੇਲੇ ਹੀ ਅੰਦਰ ਭਾਵ ਪਵਿੱਤਰਤਾ ਦਾ ਆਣ ਲੱਗਾ। ਮੈਂ ਤੇ ਅਰਥ ਕਰ ਦੇਵਾਂਗਾ, ਪਰ ਤੁਹਾਡਾ ਸੰਸਾ ਨਿਵਿਰਤ ਨਹੀਂ ਹੋਏਗਾ। ਤੇ ਜਿੰਨੀ ਦੇਰ ਤੱਕ ਸੰਸਾ ਨਿਵਿਰਤ ਨਾ ਹੋਵੇ, ਓਨੀ ਦੇਰ ਫਿਰ ਸਮਾਧੀ ਲੱਗਦੀ ਨਹੀਂ।
मेरा की संसार रह जाएगा, फिर नवा संसार। जब संसार मिटेगा नहीं, संसार अगली स्टेज ते चले जाता है। कहते फिर संसार उपजेगा, बई बड़ा अमीर परिवार है, पिता ने पैसे दे के किसी पंडित दे कोलों गीता दे अर्थ पढ़ा दिते होणगे। पंडित जी असी चाहुंदे हां तुहाडा संसार ही निवृत्त हो जाए। ये गुरु की वडियाई है, क्योंकि गुरु द्वैत विच नहीं, गुरु लई कोई ओपरा नहीं। इत्थे ते जेड़ा भी आया परमेश्वर नाल मिले। गुरु जी इस धरती ते आई इस वास्ते, टुटियां नूं जोड़न लई, मैलियां नूं निर्मल करन लई, विछड़ियां नूं मेलण वास्ते। सतगुरु कहंदे इंज करो, अपनी मन मर्जी दा कोई व्यक्ति लै आओ। गुरु नानक किरपा करनगे, गीता दे अर्थ हो जाणगे। मैं तां बेनती कीती, ये सवाल सुभावक पंडित जी दे अंदर उपजना सी। कारण की है? भारत वर्ष विच काव्या दा, अध्यात्मकता, आर्थिकता बारे, समाज बारे, राजनीति बारे महाभारत विच बहुत वड्डा उल्लेख है। ते भारत वर्ष विच महाभारत काव्या दा सब तो वड्डा ग्रंथ है। और बेनती ये भी करते हैं, दूसरे नंबर ते काव्या दा वड्डा ग्रंथ है गुर प्रताप सूरज ग्रंथ। ज्ञानी जी पासों आप रोज कथा सरवण करते हो। काव्या दा दूसरा वड आकारी जिहड़ा ग्रंथ है भारत वर्ष विच, वो गुर प्रताप सूरज ग्रंथ है, जो कृत है महाकवि कवि चूड़ामणि भाई संतोख सिंह जी। खैर बेनती कर रहा, महाभारत बारे एक विचार है बड़ी सुंदर। एक तकड़ी दे विच कहंदे महाभारत ग्रंथ नूं रखिया गया। एक पलड़े विच भाई वीर सिंह दे भरा डॉक्टर बलबीर सिंह ये गल लिखते हैं। कहंदे तकड़ी दे एक पलड़े विच महाभारत नूं रखिया गया, दूसरे विच सारे वेद शास्त्र आदिक रखे गए, ते जेड़ा महाभारत सी वो वाला पलड़ा न्यों गया। और कहंदे ये न्योना कला कागज़ दा भार नहीं, असल विच ओहदे विच तमाम पक्षां दा जिहड़ा ज्ञान दिता गया है। ते हुण मैं बेनती करां, महाभारत विचों सब तो सिखरला जिहड़ा भाग है वो पवित्र गीता है। और ये भी बेनती करां, गुरु ग्रंथ साहब जी दे अंदर पवित्र बचन ने। जिमें अज गुरु हरकृष्ण जी दे सामने पंडित खड़े ने, उसे तरह नाल कदे नामदेव जी दे सामने भी एक पंडित जी आए सी। गुरु ग्रंथ साहब किरपा करते ने। तमाम विचारां होइयां और अखीर ते नामदेव जी कहंदे ने, गुरमत राम नाम गहो मीता, प्रणवे नामा इउं कहे गीता। इहदा की अर्थ बनता है? जेड़े पंडित जी ने आके नामदेव होरां नाल विचार कीती है तमाम पक्षां तो, नामदेव जी कहंदे ने गुरु दी मत लै, चंगी तरह नाल पकड़ परमेश्वर दा सिमरन कर, तेरा पार उतारा होएगा। कहन लगे जे मेरियां बातां ते तेरा अमन्ना नहीं, तां फिर घर जाके चंगी तरह नाल गीता दा ही पाठ करके वेख लई, उहदे विचों भी ये मैसेज मिल जाएगा। मैं जदों ये शब्द पढ़िया साध संगत, फिर मैं गीता दी पोथी पहलां भी घर विच सी, पर मैं फिर पंजाबी विच लैके आया। मैं गीता दा पाठ पढ़िया और उहदे विच 18 अध्याय 4 थावां ते जिक्र है श्री कृष्ण जी वल्लों कि जेकर अनेकां देवी देवतियां दी पूजा विच लगा रहेगा तेरी कल्याण नहीं होएगी। 4 थावां ते उल्लेख है।
ਮੈਂ ਬੇਨਤੀ ਕਰਦਿਆਂ ਸਾਡੀ ਸੁਰਤ ਉੱਚੀ ਹੋਵੇ, ਸਾਨੂੰ ਆਪਣੀ ਪਛਾਣ ਸੰਬੰਧੀ ਸੋਝੀ ਹੋਵੇ, ਆਪਣੀ ਆਇਡੈਂਟੀਟੀ ਦੇ ਪ੍ਰਤੀ ਪੂਰਨ ਫੇਥ ਹੋਵੇ, ਪਰ ਅਦਰਸ ਦੇ ਨਾਲ ਸਾਡੀ ਰਿਲੇਸ਼ਨਸ਼ਿਪ ਬੜੀ ਪਿਆਰ ਦੀ ਹੋਵੇ। ਅੱਜ ਸਭ ਤੋਂ ਵੱਧ ਲੋੜ ਹੈ ਜਗਤ ਨੂੰ ਇਸ ਗੱਲ ਦੀ। ਸਾਧ ਸੰਗਤ ਆਪਣੀ ਪਛਾਣ ਨੂੰ ਜਗਤ ਵਿੱਚ ਲੈ ਕੇ ਜਾਣਾ, ਪਰ ਦੂਸਰਿਆਂ ਦੀ ਪਛਾਣ ਦੀ ਕਦਰ ਕਰਨੀ। ਔਰ ਸਾਧ ਸੰਗਤ ਦੋਵਾਂ ਪਾਸੋਂ ਮੋਤੀਆਂ ਨੂੰ ਚੁਗਣਾ, ਦੋਵਾਂ ਪਾਸੋਂ ਰਤਨਾਂ ਨੂੰ ਲੈ ਕੇ ਵਪਾਰ ਕਰਨਾ। ਫਿਰ ਇਹ ਜਗਤ ਹੀ ਸਵਰਗ ਬਣ ਜਾਂਦਾ ਹੈ, ਫਿਰ ਇਹ ਜਗਤ ਹੀ ਬੈਕੁੰਠ ਬਣ ਜਾਂਦਾ ਹੈ। ਤੋ ਖੈਰ ਮੈਂ ਬੇਨਤੀ ਕਰ ਰਿਹਾ, ਨਾਮਦੇਵ ਜੀ ਨੇ ਵੀ ਇਹੀ ਗੱਲ ਕਹੀ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ। ਇਹ ਵੀ ਇੱਕ ਹੋਰ ਬੇਨਤੀ ਕਰਦੇ ਹਾਂ, ਪੰਡਤ ਜੀ ਪਾਠੀ ਨੇ, ਵਿਆਖਿਆਕਾਰ ਨੇ, ਜਿਵੇਂ ਪੂਰਨ ਸਿੰਘ ਜੀ ਕਹਿੰਦੇ ਨੇ, ਕਹਿੰਦੇ ਉੱਦਾਂ ਤੇ ਗੁਰੂ ਗ੍ਰੰਥ ਸਾਹਿਬ ਵੀ ਘਰ ਘਰ ਵਿੱਚ ਪ੍ਰਕਾਸ਼ਿਤ ਹੈ, ਬੜਿਆਂ ਦੇ ਘਰਾਂ ਵਿੱਚ ਹੈ। ਕਹਿੰਦੇ ਪਰ ਗੁਰੂ ਗ੍ਰੰਥ ਸਾਹਿਬ ਕਿੱਥੇ ਬੋਲਦਾ ਇਹ ਵਿਰਲਾ ਜਾਣਦਾ। ਪ੍ਰੋਫੈਸਰ ਪੂਰਨ ਸਿੰਘ, ਪੰਜਾਬ ਦਾ ਜਾਂ ਪੰਜਾਬੀ ਦਾ 6ਵਾਂ ਦਰਿਆ ਕਿਹਾ ਜਾਂਦਾ ਹੈ। ਕਹਿੰਦੇ ਉੱਦਾਂ ਤੇ ਘਰ ਘਰ ਗੁਰੂ ਗ੍ਰੰਥ ਪ੍ਰਕਾਸ਼ ਦਾ, ਪਰ ਵਿਰਲਾ ਕੋਈ ਜਾਣਦਾ ਗੁਰੂ ਗ੍ਰੰਥ ਕਿੱਥੇ ਬੋਲਦਾ। ਸਾਧ ਸੰਗਤ ਜੀ, ਇੱਦਾਂ ਅਕਸਰ ਹੀ ਵਿਆਖਿਆਕਾਰਾਂ ਨੂੰ ਇਹ ਟਪਲੇ ਲੱਗਦੇ ਰਹਿੰਦੇ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਵੇਖ ਕੇ ਪੰਡਿਤ ਦੇ ਅੰਦਰ ਇਹ ਸਵਾਲ ਆਉਣਾ ਕੁਦਰਤੀ ਸੀ। ਸਤਿਗੁਰਾਂ ਨੇ ਕਿਹਾ ਸ਼ੰਕੇ ਦੀ ਨਿਵਰਤੀ ਤਾਂ ਹੋਣੀ, ਆਪਣੀ ਮਨ ਮਰਜ਼ੀ ਦਾ ਹੀ ਬੰਦਾ ਲੈ ਆਓ। ਉਹਨੇ ਫਿਰ ਲੱਭਿਆ ਛੱਜੂ ਝੀਵਰ ਪਾਣੀ ਢੋਣ ਵਾਲਾ, ਜਿਹਦੇ ਬਾਰੇ ਸਾਡੇ ਗ੍ਰੰਥਾਂ ਵਿੱਚ ਲਿਖਿਆ ਗੂੰਗਾ ਬੋਲਾ। ਫੜ ਕੇ ਲੈ ਆਇਆ ਵੀ ਵੇਖਦੇ ਹਾਂ। ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਪਾਈ, ਹੱਥ ਵਿੱਚ ਛੜੀ ਫੜੀ ਸੀ, ਮੇਰਾਂ ਵਾਲੀ ਛੜੀ ਸੁਨਹਿਰੀ ਉਹਦੇ ਸੀਸ ਦੇ ਉੱਤੇ ਛੁਆ ਦਿੱਤੀ। ਸਾਧ ਸੰਗਤ ਜੀ, ਕਥਾ ਦਾ ਇੱਕ ਇੱਕ ਪੰਕਤੀ ਧਿਆਨ ਵਾਲੀ ਹੈ। ਇਹ ਜੋ ਛੜੀ ਹੈ, ਜੋ ਪੈਗੰਬਰਾਂ ਦਾ ਇਤਿਹਾਸ ਪੜ੍ਹੀਏ ਪਤਾ ਲੱਗਦਾ ਹੈ। ਗੁਰੂ ਨਾਨਕ ਸਾਹਿਬ ਵੀ ਮੱਕਾ ਸ਼ਰੀਫ ਗਏ, ਆਸਾ ਹੱਥ ਕਿਤਾਬ ਕੱਛ, ਬਾਬਾ ਫਿਰ ਮੱਕੇ ਗਿਆ। ਖੋਜੀ ਪੁਰਸ਼ ਚਿੰਤਕ ਕਹਿੰਦੇ ਨੇ ਇਹ ਛੜੀਆਂ, ਇਹ ਆਸਾ, ਇਹ ਦੱਸਦਾ ਵੀ ਦੈਵੀ ਅਗਨ ਹੈ ਜਿਹੜੀ, ਇਹ ਪੈਗੰਬਰੀ ਪੁਰਸ਼ਾਂ ਦੇ ਕੰਟਰੋਲ ਵਿੱਚ ਹੁੰਦੀ ਹੈ। ਮਿਸਟਿਕ ਫਾਇਰ ਇਸ ਨੂੰ ਇੰਗਲਿਸ਼ ਵਾਲੇ ਬੋਲਦੇ ਨੇ। ਅੱਜ ਦੇ ਸ਼ਬਦ ਵਿੱਚ ਇੱਕ ਅੱਗ ਦੀ ਗੱਲ ਹੈ, ਇੱਕ ਉਹ ਹੈ, ਇੱਕ ਇਹ ਹੈ। ਬ੍ਰਹਮ ਅਗਨ ਸਹਿਜੇ ਪਰ ਜਾਲੀ। ਇੱਕ ਅਗਨ ਸਾਡੇ ਗੁਣਾਂ ਨੂੰ ਸਾੜਦੀ, ਇੱਕ ਔਗਣਾਂ ਨੂੰ ਸਾੜ ਦਿੰਦੀ ਹੈ। ਇੱਕ ਸਾਡੇ ਸੁੱਖਾਂ ਨੂੰ ਖਾਂਦੀ, ਇੱਕ ਦੁੱਖਾਂ ਨੂੰ ਖਾ ਜਾਂਦੀ ਹੈ ਅੱਗ ਹੀ ਹੈ। ਤੋ ਖੈਰ ਬੇਨਤੀ ਕਰਾਂ, ਸਤਿਗੁਰਾਂ ਨੇ ਜਦੋਂ ਛੱਜੂ ਝੀਵਰ ਦੇ ਸਿਰ ਦੇ ਉੱਤੇ ਆਪਣੇ ਮੁਬਾਰਕ ਕਰ ਕਮਲਾਂ ਨਾਲੋਂ ਛੜੀ ਛੁਆ ਦਿੱਤੀ, ਉਹਦੇ ਅੰਦਰ ਬ੍ਰਹਮ ਦਾ ਗਿਆਨ ਆ ਗਿਆ। ਉਹਨੇ ਆਖਿਆ ਪੰਡਤ ਜੀ ਸ਼ਲੋਕ ਉਚਾਰਨ ਕਰੋ। ਉਚਾਰਨ ਕੀਤੇ ਸ਼ਲੋਕ, ਔਰ ਛੱਜੂ ਜੀ ਗੱਜ ਕੇ ਉਹਦੀ ਵਿਆਖਿਆ ਕਰ ਰਹੇ ਨੇ। ਔਰ ਛੱਜੂ ਜੀ ਵਿਆਖਿਆ ਕਰਦੇ ਚਲੇ ਗਏ, ਪੰਡਤ ਜੀ ਸ਼ਲੋਕ ਉਚਾਰਦੇ ਰਹੇ। ਅੱਜ ਪੰਡਤ ਜੀ ਵੀ ਰਸ ਰੂਪ ਹੋ ਗਏ। ਵਿਆਖਿਆ ਅੱਗੇ ਬਹੁਤ ਵੇਰਾਂ ਕੀਤੀ ਸੀ। ਸਾਡਾ ਨਾਂ ਉਹੀ ਹੁੰਦਾ ਹੈ, ਕੋਈ ਆਸ ਗਵਾਂਢ ਵਾਲਾ ਵੀ ਲੈਂਦਾ ਹੈ, ਪਰ ਸਾਡੀ ਮਾਂ ਵੀ ਸਾਡਾ ਨਾਂ ਲੈ ਕੇ ਆਵਾਜ਼ ਮਾਰਦੀ ਹੈ। ਬ੍ਰਹਮ ਗਿਆਨੀ ਪੁਰਸ਼ ਵੀ ਉਹੀ ਬਾਤਾਂ ਕਰਦੇ ਨੇ, ਕਈ ਵੇਰਾਂ ਸੰਸਾਰੀ ਵੀ ਉਹੀ ਕਰਦੇ ਨੇ, ਬਿਲਕੁਲ ਇੰਜ ਪ੍ਰਤੀਤ ਹੁੰਦਾ ਹੈ। ਪਰ ਬ੍ਰਹਮ ਗਿਆਨੀਆਂ ਦਾ ਹਿਰਦਾ ਜਗਤ ਵਾਸਤੇ ਮਾਂ ਪਿਆਰ ਵਾਲਾ ਹੁੰਦਾ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਉਹਨਾਂ ਦੇ ਅੰਦਰ ਜਗਤ ਲਈ ਕਲਿਆਣ ਦਾ ਭਾਵ ਚੱਲਦਾ ਹੈ, ਪਰ ਉਪਕਾਰ ਦਾ ਭਾਵ ਚੱਲਦਾ ਹੈ।
ਉਹ ਗੁਰੂ ਦੇ ਪਿਆਰ ਵਿੱਚ ਹੁੰਦੇ ਨੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਤੋ ਸਾਧ ਸੰਗਤ ਜੀ, ਅੱਜ ਛੱਜੂ ਨੇ ਜਦੋਂ ਵਿਆਖਿਆ ਕੀਤੀ, ਪੰਡਤ ਜੀ ਸੋਚੀ ਪਏ ਹੋਏ ਵੀ ਵਿਆਖਿਆ ਤੇ ਮੈਂ ਵੀ ਬਹੁਤ ਵੇਰਾਂ ਕੀਤੀ, ਰੋਜ਼ ਹੀ ਕਰਦਾ, ਪਰ ਛੱਜੂ ਜੀ ਦੇ ਬੋਲਾਂ ਵਿੱਚ ਰਸ ਬੜਾ, ਸਵਾਦ ਬੜਾ, ਸੁਖ ਬੜਾ, ਸਕੂਨ ਬੜਾ, ਚੈਨ ਮਿਲਦਾ ਇਹਨਾਂ ਬੋਲਾਂ ਨੂੰ ਸੁਣ ਕੇ। ਕਿਉਂਕਿ ਇਹਨਾਂ ਬੋਲਾਂ ਵਿੱਚ ਭਗਤੀ ਦਾ ਰਸ ਆ ਗਿਆ ਹੈ, ਪ੍ਰੇਮ ਦਾ ਰਸ ਆ ਗਿਆ ਹੈ, ਨਾਮ ਦਾ ਰਸ ਆ ਗਿਆ ਹੈ। ਔਰ ਕਹਿੰਦੇ ਨੇ ਪੰਡਿਤ ਲਾਲ ਚੰਦ ਹੋਰਾਂ ਨੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਦਿੱਤਾ, ਚਰਨਾਟਾਂ ਛਿੜੀਆਂ, ਉਹ ਤਪਦਾ ਹੋਇਆ ਸੀਸ ਤੇ ਸੀਨਾ ਠਰ ਗਿਆ ਪੂਰੀ ਤਰ੍ਹਾਂ ਨਾਲ। ਕਹਿੰਦਾ ਉਹ ਛੜੀ ਦੀ ਛੋਹ ਮੇਰੇ ਵੀ ਇਸ ਸਿਰ ਦੇ ਉੱਤੇ ਬਖਸ਼ਿਸ਼ ਕਰ ਦਿਓ। ਕਹਿੰਦਾ ਮੈਂ ਤੇ ਅੱਜ ਤੱਕ ਇਹੀ ਸਮਝਿਆ ਸੀ ਪੜ੍ਹਾਈ ਸਭ ਤੋਂ ਉੱਚੀ, ਵਿਦਿਆ ਸਭ ਤੋਂ ਉੱਚੀ, ਪਰ ਅੱਜ ਪਤਾ ਲੱਗਿਆ ਵਿਦਿਆ ਤੋਂ ਵੀ ਬਹੁਤ ਕੁਝ ਉੱਚਾ ਹੈ। ਜੋ ਕੁਝ ਵਿਦਿਆ ਤੋਂ ਉੱਚਾ ਹੈ ਉਹ ਤੁਹਾਡੇ ਚਰਨਾਂ ਵਿੱਚ ਹੈ। ਕਬੀਰ ਜੀ ਨੇ ਬਾਣੀ ਵਿੱਚ ਆਖਿਆ, ਕਹਿੰਦੇ ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਭਲ ਜੋਗ। ਕਹਿੰਦੇ ਮੈਂ ਵੇਖਿਆ ਵੇਦਾਂ ਨੂੰ, ਸ਼ਾਸਤਰਾਂ ਨੂੰ, ਸਿਮਰਤੀਆਂ ਨੂੰ, ਵਿਚਾਰਨ ਵਾਲਿਆਂ ਨੂੰ, ਮੈਨੂੰ ਲੱਗਿਆ ਵੀ ਸਭ ਤੋਂ ਵੱਡਾ ਕੰਮ ਇਹੀ ਹੈ। ਪਰ ਕਹਿੰਦੇ ਮੈਂ ਉਹਨਾਂ ਨੂੰ ਵਿਤੰਡਾਵਾਦ ਵਿੱਚ, ਬਹਿਸ ਮੁਬੈਸੇ ਵਿੱਚ ਝਗੜਦਿਆਂ ਬਹੁਤ ਵੇਖਿਆ। ਫਿਰ ਮੈਨੂੰ ਪਤਾ ਲੱਗਿਆ ਅਸਲ ਵਿੱਚ ਅੰਦਰੋਂ ਪ੍ਰਭੂ ਨਾਲ ਜੁੜਨਾ ਹੀ ਸਭ ਤੋਂ ਵੱਡਾ ਹੈ। ਇਸ ਲਈ ਕਹਿੰਦੇ ਹੁਣ ਭਾਵੇਂ ਲੋਕੀ ਮੇਰੀ ਨਿੰਦਾ ਕਰਨ, ਪਰ ਮੈਂ ਪਰਮੇਸ਼ਰ ਦੀ ਭਗਤੀ ਨਹੀਂ ਛੱਡਦਾ। ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਭਲ ਜੋਗ। ਭਗਤ ਨਾ ਛੋਡੂ ਰਾਮ ਕੀ ਭਾਵੇਂ, ਨਿੰਦੋ ਲੋਕ। ਹੁਣ ਨਹੀਂ ਛੱਡਦਾ। ਜਿਨ੍ਹਾਂ ਨੂੰ ਇੱਧਰੋਂ ਰਸ ਆ ਜਾਂਦਾ ਹੈ, ਬਾਣੀ ਕਹਿੰਦੀ ਹੈ ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਕਹਿੰਦੇ ਪੰਡਿਤ ਲਾਲ ਚੰਦ ਸਤਿਗੁਰਾਂ ਦੀ ਸ਼ਰਨਾਗਤ ਹੋਇਆ। ਹੋਰ ਵੀ ਅਨੇਕਾਂ ਪੰਡਤ ਸਤਿਗੁਰੂ ਰਸਤੇ ਵਿੱਚ ਮਹਾਨ ਪਰਉਪਕਾਰ ਕਰਦੇ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਬਾਬਾ ਜੀ 8ਵੇਂ ਜਾਮੇ ਵਿੱਚ ਇੱਦਾਂ ਸਫ਼ਰ ਕਰਦੇ ਆ ਰਹੇ ਨੇ। ਫਿਰ ਜਦੋਂ ਦਿੱਲੀ ਪਹੁੰਚੇ, ਮਿਰਜ਼ਾ ਰਾਜਾ ਜੈ ਸਿੰਘ ਦਾ ਬੰਗਲਾ, ਜਿੱਥੇ ਆਪਾਂ ਸੱਜ ਬੈਠੇ ਹਾਂ, ਗੁਰੂ ਦੇ ਚਰਨਾਂ ਵਿੱਚ ਜਿਸ ਪਾਸ ਬੈਠੇ ਹਾਂ ਸੋਹੀ ਹੈ। ਇਹ ਕਦੇ ਬੰਗਲਾ ਸੀ, ਪਰ ਅੰਦਰ ਉਹਦੇ ਪਵਿੱਤਰ ਭਾਵਨਾ ਸੀ। ਸਤਿਗੁਰੂ ਭਾਵਨਾ ਨੂੰ ਭਾਗ ਲਾ ਦਿੰਦੇ ਨੇ। ਪਰਿਵਾਰ ਨੂੰ ਇੱਥੋਂ ਅੱਗੇ ਲੈ ਗਏ ਨੇ। ਮਿਰਜ਼ਾ ਰਾਜਾ ਜੈ ਸਿੰਘ ਕਹਿੰਦੇ ਮਹਾਰਾਜ ਇੱਥੇ ਚਰਨ ਪਾਓ। ਸਤਿਗੁਰਾਂ ਨੇ ਬੇਨਤੀ ਪ੍ਰਵਾਨ ਕੀਤੀ, ਕਿਉਂਕਿ ਬੇਨਤੀ ਜਦੋਂ ਹਿਰਦੇ ਦੇ ਭਾਵ ਪਵਿੱਤਰ ਤੋਂ ਹੁੰਦੀ ਫਿਰ ਪ੍ਰਵਾਨ ਚੜ੍ਹਦੀ ਏ। ਤੇ ਸਾਧ ਸੰਗਤ ਸਤਿਗੁਰਾਂ ਨੂੰ ਵੀ ਪਤਾ ਹੈ ਸਤਿਗੁਰੂ ਜੁਗੋ ਜੁਗ ਅਟਲ ਹੈ। ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਗੁਰੂ ਉਸ ਨੂੰ ਵੀ ਜੁਗੋ ਜੁਗ ਅਟਲ ਕਰ ਦਿੰਦੇ ਨੇ। ਅੱਜ ਜਿੱਥੇ ਵੀ ਬਾਲਾ ਪ੍ਰੀਤਮ ਦੀ ਕਥਾ ਦੀ ਗੱਲ ਚੱਲਦੀ, ਬੰਗਲਾ ਸਾਹਿਬ ਦਾ ਜ਼ਿਕਰ ਬੜਾ ਹੀ ਪ੍ਰਥਮ ਹੁੰਦਾ ਹੈ। ਜਦੋਂ ਬੰਗਲਾ ਸਾਹਿਬ ਦਾ ਇਤਿਹਾਸ ਚੱਲੇ, ਦੁਨੀਆ ਮਿਰਜ਼ਾ ਰਾਜਾ ਜੈ ਸਿੰਘ ਨੂੰ ਵੀ ਯਾਦ ਕਰਦੀ ਹੈ। ਫਿਰ ਇੱਥੇ ਆਏ। ਇੱਥੇ ਦੀ ਰਾਜਪੂਤ ਪਟਰਾਣੀ ਰੱਬੀ ਰੰਗਾਂ ਤੋਂ ਜਾਣੂ ਸੀ। ਤੁਸੀਂ ਦੇਖੋ ਉਹਦੇ ਅੰਦਰ ਕਿਤਨਾ ਪਵਿੱਤਰ ਭਾਵ ਹੋਏਗਾ ਜਦੋਂ ਉਸ ਨੇ ਅੰਦਰ ਯਾਚਨਾ ਕੀਤੀ, ਬਈ ਗੁਰਦੇਵ ਅੰਤਰਜਾਮੀ ਨੇ ਫਿਰ ਮੇਰੀ ਗੋਦ ਵਿੱਚ ਆ ਕੇ ਬੈਠਣ। ਤੇ ਸਤਿਗੁਰਾਂ ਨੇ ਵੀ ਨਿਹਾਲ ਕਰ ਦਿੱਤਾ। ਅੱਜ ਅਸੀਂ ਇਸ ਮਹਾਨ ਪਵਿੱਤਰ ਅਸਥਾਨ ਤੇ ਨਤਮਸਤਕ ਹੋ ਰਹੇ ਹਾਂ। ਪਾਵਨ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ,
ਸ੍ਰੀ ਰਾਗ ਮਹੱਲਾ ਪਹਿਲਾ ਤਰਲੋਕੀ ਦੇ ਨਾਥ। ਇਹਦੇ ਵਿੱਚ ਦੋ ਚੀਜ਼ਾਂ ਮੁੱਖ ਰੂਪ ਵਿੱਚ ਆਈਆਂ ਨੇ, ਇੱਕ ਅੱਗ ਦਾ ਜ਼ਿਕਰ ਹੈ, ਇੱਕ ਮੈਲ ਦਾ ਜ਼ਿਕਰ ਹੈ, ਪਹਿਲਾ ਪਦਾ। ਔਰ ਦੱਸਿਆ ਵੀ ਦੇਸ਼ਾਂਤਰ ਕਰਨ ਨਾਲ, ਘੁੰਮਣ ਨਾਲ, ਭਰਮਣ ਦੇ ਨਾਲ, ਦੇਸ਼ਾਂ ਦੇ ਚੱਕਰ ਕੱਟਣ ਨਾਲ ਤੇ ਵੱਖਰੇ ਵੱਖਰੇ ਭੇਖਾਂ ਵਿੱਚ ਭੱਜੇ ਫਿਰਨ ਨਾਲ ਨਾ ਅੱਗ ਬੁਝਦੀ ਹੈ, ਨਾ ਮੈਲ ਦੂਰ ਹੁੰਦੀ ਹੈ। ਔਰ ਜਿੰਨੀ ਦੇਰ ਤੱਕ ਇਹ ਅੱਗ ਨਾ ਬੁਝੇ, ਮੈਲ ਨਾ ਦੂਰ ਹੋਵੇ, ਇਹ ਭਗਤੀ ਦੇ ਵਿੱਚ ਦੋਵੇਂ ਦੀਵਾਰਾਂ ਨੇ, ਰੁਕਾਵਟਾਂ ਨੇ, ਭਗਤੀ ਨਹੀਂ ਹੁੰਦੀ। ਔਰ ਇਸ ਵਾਸਤੇ ਤੂੰ ਭਰਮਣ ਕਰੀ ਜਾ, ਅੱਗ ਬੁਝਦੀ ਨਹੀਂ। ਔਰ ਸਾਧ ਸੰਗਤ ਜੀ, ਇਹ ਅੱਗ ਰਾਜਿਆਂ ਦੀ ਵੀ ਨਹੀਂ ਬੁਝਦੀ, ਖਿਮਾ ਕਰਨਾ ਸੰਨਿਆਸੀਆਂ ਦੀ ਵੀ ਨਹੀਂ ਬੁਝਦੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਰਾਜਨ ਅਰ ਭੂਕਣ, ਜਿਹੜੇ ਵੱਡੇ ਵੱਡੇ ਰਾਜੇ ਨੇ, ਵੱਡੇ ਵੱਡੇ ਰਾਜਨ ਅਰ ਭੂਪਤ ਨੇ ਜਿਹੜੇ, ਉਹਨਾਂ ਦੀ ਵੀ ਤ੍ਰਿਸ਼ਨਾ ਨਹੀਂ ਬੁਝੀ। ਕਹਿੰਦੇ ਕਰੀਏ ਕਿ ਸੰਨਿਆਸੀਆਂ ਦੀ ਵੀ ਨਹੀਂ ਬੁਝੀ ਹੈ। ਭੇਖ ਧਾਰਨ ਕੀਤੇ ਨੇ ਪਰ ਅੱਗ ਨਹੀਂ ਬੁਝੀ। ਔਰ ਬੇਨਤੀ ਕਰਾਂ, ਜਿੰਨੀ ਦੇਰੇ ਅੱਗ ਨਾ ਬੁਝੇ ਹਿਰਦਾ ਸ਼ਾਂਤ ਨਹੀਂ। ਉੱਦਾਂ ਅੱਗ ਕਈ ਤਰ੍ਹਾਂ ਦੀ ਬਾਣੀ ਵਿੱਚ ਕਹੀ ਹੈ। ਕਹਿੰਦੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹਿੰਸਾ ਹੈ ਅੰਦਰ, ਕ੍ਰੋਧ ਹੈ ਅੰਦਰ ਬੜਾ, ਮੋਹ ਵੀ ਅਗਣੀ ਹੈ ਇੱਕ ਤਰ੍ਹਾਂ ਦੀ। ਹੰਸ ਹੇਤ ਲੋਭ ਵੀ, ਪਰ ਅੱਜ ਦੇ ਸ਼ਬਦ ਵਿੱਚ ਮੂਲ ਰੂਪ ਵਿੱਚ ਤ੍ਰਿਸ਼ਨਾ ਦੀ ਅਗਣੀ ਦਾ ਜ਼ਿਕਰ ਹੈ, ਕਿਉਂਕਿ ਰਹਾਉ ਵਿੱਚ ਕਹਿ ਦਿੱਤਾ ਹੈ ਸਤਿਗੁਰਾਂ ਨੇ। ਔਰ ਮੈਲ ਦਾ ਮੂਲ ਰੂਪ ਵਿੱਚ ਇੱਥੇ ਅਰਥ ਹੰਕਾਰ ਦੀ ਮੈਲ ਤੋਂ ਚੱਲ ਰਿਹਾ ਹੈ। ਤੋ ਸਾਧ ਸੰਗਤ ਜੀ, ਨਾ ਹੰਕਾਰ ਦੂਰ ਹੁੰਦਾ ਹੈ। ਹੰਕਾਰ ਮੂਲ ਹੈ, ਤ੍ਰਿਸ਼ਨਾ ਦੂਰ ਹੋ ਹੀ ਨਹੀਂ ਸਕਦੀ ਹੰਕਾਰੀ ਬੰਦੇ ਦੀ, ਕਿਉਂਕਿ ਹੰਕਾਰੀ ਬੰਦਾ ਚਾਹੁੰਦਾ ਮੇਰੇ ਬਰਾਬਰ ਦਾ ਕੋਈ ਹੋਵੇ ਹੀ ਨਾ, ਫਿਰ ਤ੍ਰਿਸ਼ਨਾ ਰੱਖਣੀ ਪਏਗੀ। ਔਰ ਇਹ ਤ੍ਰਿਸ਼ਨਾ ਤੇ ਹੰਕਾਰ ਐਸਾ ਸਾਧ ਸੰਗਤ ਜੀ, ਤ੍ਰਿਸ਼ਨਾਲੂ ਬੰਦੇ ਨੂੰ ਸਿਆਣਿਆਂ ਨੇ ਕਿਹਾ ਤੁਸੀਂ ਸੋਨਾ ਦੇ ਦਿਓ, ਉਹ ਤਾਂ ਵੀ ਨਹੀਂ ਰੱਜਦਾ। ਕਹਿੰਦਾ ਮੇਰੀ ਹੈਸੀਅਤ ਤੇ ਹੀਰੇ ਰਤਨਾਂ ਦੀ ਸੀ, ਉਹਨੂੰ ਮੰਤਰੀ ਦੀ ਪਦਵੀ ਦੇ ਦਿਓ। ਕਹਿੰਦਾ ਹੈ ਮੈਂ ਤੇ ਇੰਨਾ ਲਾਇਕ ਹਾਂ, ਪ੍ਰਧਾਨ ਮੰਤਰੀ ਹੋਣਾ ਚਾਹੁੰਦਾ, ਹੋਣਾ ਚਾਹੀਦਾ ਸੀ। ਮੇਰੀ ਇੰਨੀ ਅੰਦਰ ਦੀ ਸੂਝ-ਬੂਝ ਹੈ, ਮੈਂ ਇੰਨਾ ਸਿਆਣਾ ਯੋਗ ਹਾਂ। ਪਰ ਇੱਕ ਸੰਤੋਖੀ ਬੰਦੇ ਨੂੰ 2 ਵਕਤ ਦੀ ਰੋਟੀ ਨਸੀਬ ਹੋ ਜਾਏ, ਰੱਬ ਦੇ ਗੁਣ ਪਿਆ ਗਾਉਂਦਾ ਹੈ, ਪਰ ਉਪਕਾਰ ਪਿਆ ਕਰਦਾ ਹੈ। ਸਾਨੂੰ ਸਤਿਗੁਰਾਂ ਨੇ ਕਿਹਾ ਹਰ ਰੁੱਖੀ ਰੋਟੀ ਖਾਏ ਸੰਭਾਲੇ। ਹਾਂ, ਜੇ ਤੈਨੂੰ 36 ਪ੍ਰਕਾਰ ਦੇ ਵੀ ਦਿੱਤੇ ਨੇ ਤਾਂ ਵੀ ਗੱਲ ਕੋਈ ਨਹੀਂ। ਭਗਤ ਵੱਡਾ ਰਾਜਾ ਜਨਕ ਹੈ। ਬਸ ਧਿਆਨ ਇਹ ਰੱਖਣਾ, ਸਾਡਾ ਸੰਨਿਆਸ ਇਹ ਹੈ ਗੁਰਸਿੱਖਾਂ ਦਾ ਕਿ ਭਾਈ ਆਤਮਾ ਪਰਮਾਤਮਾ ਦੇ ਅਲਿੰਗਨ ਵਿੱਚ ਰਵੇ। ਆਤਮਾ ਪਰਮਾਤਮਾ ਦਾ ਜੋ ਸੰਜੋਗ ਹੈ ਉਹਦੇ ਵਿੱਚ ਕੋਈ ਵਾਧਾ ਨਾ ਪਵੇ, ਕਿਉਂਕਿ ਇਹ ਮਾਇਆ ਜਿਤ ਹਰ ਵਿਸਰੈ। ਮੈਂ ਤਾਂ ਬੇਨਤੀ ਕੀਤੀ, ਜਿੱਥੇ ਰਾਜਿਆਂ ਦੀ ਨਹੀਂ ਬੁਝੀ, ਸੰਨਿਆਸੀਆਂ ਦੀ ਨਹੀਂ ਬੁਝੀ। ਇੱਕ ਵੇਰਾ ਕੁਝ ਸੰਨਿਆਸੀ ਅਨੰਦਪੁਰ ਸਾਹਿਬ ਆ ਗਏ, ਮਹਾਰਾਜ ਕੋਲ ਆ ਕੇ ਸੰਨਿਆਸ ਦੀਆਂ ਬਾਤਾਂ ਕਰਨ ਲੱਗ ਪਏ। ਕਹਿੰਦੇ ਜੀ ਤੁਸੀਂ ਆਪਣੇ ਸਿੱਖਾਂ ਨੂੰ ਸੰਨਿਆਸ ਨਹੀਂ ਸਿਖਾਇਆ, ਇਹਨਾਂ ਦੀ ਕਲਿਆਣ ਨਹੀਂ ਹੋਣੀ। ਮਹਾਰਾਜ ਕਹਿੰਦੇ ਪਿਆਰਿਓ, ਤੁਸੀਂ ਜਿਸ ਨੂੰ ਸੰਨਿਆਸ ਆਖਦੇ ਹੋ ਜਗਤ ਤੋਂ ਦੌੜਨਾ, ਅਸੀਂ ਉਸ ਨੂੰ ਸੰਨਿਆਸ ਨਹੀਂ ਕਹਿੰਦੇ। ਸਾਡਾ ਸੰਨਿਆਸ ਹੈ ਆਤਮਾ ਦਾ ਪਰਮਾਤਮਾ ਵਿੱਚ ਲੱਗੇ ਰਹਿਣਾ। ਕਹਿੰਦੇ ਮੇਰੇ ਸਿੱਖ ਜਿਹੜੇ ਨੇ ਉਹ ਮਾਇਆ ਨਾਲ ਭਾਵੇਂ ਉਹਨਾਂ ਦੇ ਖੀਸੇ ਭਰੇ ਰਹਿੰਦੇ ਹਨ, ਪਰ ਕਹਿੰਦੇ ਪਰਮੇਸ਼ਰ ਦੀ ਭਜਨ ਬੰਦਗੀ ਵਿੱਚ ਉਹਨਾਂ ਦੇ ਵਿਘਨ ਨਹੀਂ ਪੈਂਦਾ। ਅੰਮ੍ਰਿਤ ਵੇਲੇ ਚੌਂਕੜੇ ਲੱਗ ਜਾਂਦੇ ਨੇ, ਸਿਮਰਨ ਦੇ ਰੰਗਾਂ ਵਿੱਚ ਭਿੰਨੀ ਰੈਣੜੀਏ ਚਾਮਕਣ ਤਾਰੇ, ਜਾਗੇ ਸੰਤ ਜਨਾ ਮੇਰੇ RAM ਪਿਆਰੇ ਬੰਦਗੀ ਵਿੱਚ ਜੁੜੇ ਰਹਿੰਦੇ ਨੇ।
ਸੰਨਿਆਸੀਆਂ ਨੇ ਗੱਲ ਅੱਗੇ ਹੋਰ ਵਧਾਈ। ਸਤਿਗੁਰਾਂ ਨੇ ਇਸ਼ਾਰਾ ਕੀਤਾ। ਸਿੱਖ ਭਖਦੇ ਹੋਏ ਕੋਲੇ ਲੈ ਕੇ ਆ ਗਏ, ਉਹਨਾਂ ਦੀਆਂ ਚਿਪੀਆਂ ਦੇ ਢੱਕਣਾਂ ਦੇ ਉੱਤੇ ਰੱਖਤੇ। ਉਹ ਜਿਹੜੀ ਲਾਖ ਸੀ ਪੰਗਰ ਗਈ। ਇੱਕ ਇੱਕ ਢੱਕਣ ਵਿੱਚੋਂ 15-15 ਸੋਨੇ ਦੀਆਂ ਮੋਹਰਾਂ ਧਰਤੀ ਤੇ ਡਿੱਗੀਆਂ। ਸੰਨਿਆਸੀਆਂ ਨੇ ਨੀਵੀਆਂ ਪਾ ਲਈਆਂ। ਬੜਿਆਂ ਦਾ ਸੰਨਿਆਸ ਇਸ ਤਰ੍ਹਾਂ ਦਾ ਹੈ, ਪਰ ਗੁਰੂ ਕਾ ਸਿੱਖ ਭਰਮ ਪਖੰਡ ਵਿੱਚ ਨਹੀਂ ਜਿਉਂਦਾ। ਔਰ ਅੱਜ ਦਾ ਪਾਵਨ ਬਚਨ ਆਪ ਜੀ ਸਰਵਣ ਕਰੋ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਪਿਤਾ ਜੀ ਕਹਿੰਦੇ ਇਹ ਜਿਹੜੀ ਅਗਨੀ ਹੈ, ਇਹ ਜੋ ਭਰਮੇ ਭਾਹੇ ਨਾ ਵਿਜਵੈ, ਜੇ ਭਵੈ ਦਿਸੰਤਰ ਦੇਸ। ਦਿਸੰਤਰ ਦੇਸ, ਦੇਸ ਦੇਸ ਵਿੱਚ, ਅਨੇਕਾਂ ਦੇਸਾਂ ਵਿੱਚ ਭਰਮ ਕਰੀ ਜਾ ਭਰਮਣ, ਪਰ ਇਹ ਕਹਿੰਦੇ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ। ਫਿਰ ਕਹਿੰਦੇ ਅੰਤਰ ਮੈਲ ਨਾ ਉਤਰੈ, ਨਾ ਕਹਿੰਦੇ ਅੰਦਰ ਦੀ ਹੰਕਾਰ ਦੀ ਮੈਲ ਉਤਰਦੀ ਹੈ। ਤੇ ਜੇ ਅੰਦਰੋਂ ਮੈਲ ਵੀ ਨਾ ਉਤਰੇ, ਹੰਕਾਰ ਦੀ, ਤ੍ਰਿਸ਼ਨਾ ਦੀ ਅਗਨੀ ਵੀ ਸ਼ਾਂਤ ਨਾ ਹੋਵੇ, ਕਹਿੰਦੇ ਉਹ ਜੀਵਨ ਵੀ ਫਿਟਕਾਰ ਜੋਗੇ, ਉਹ ਵੇਸ ਭੇਖ ਵੀ ਜਿਹੜਾ ਹੈ ਫਿਟਕਾਰ ਜੋਗ ਹੈ। ਕਹਿੰਦੇ ਧਿਆਨ ਰੱਖਣਾ, ਹੋਰ ਕਿਤੈ ਭਗਤ ਨਾ ਹੋਵਈ, ਬਿਨ ਸਤਿਗੁਰ ਕੇ ਉਪਦੇਸ। ਕਹਿੰਦੇ ਹੋਰ ਜਿੱਥੇ ਮਰਜੀ ਭਰਮਣ ਕਰੀ ਜਾ, ਭਗਤੀ ਦੀ ਦਾਤ ਨਹੀਂ ਮਿਲੇਗੀ। ਭਗਤੀ ਦੀ ਦਾਤ ਨਹੀਂ ਮਿਲੇਗੀ। ਉਹ ਤੇ ਮਿਲਦੀ ਹੈ ਗੁਰੂ ਦੇ ਚਰਨਾਂ ਵਿੱਚ ਆ ਕੇ, ਗੁਰੂ ਦੇ ਉਪਦੇਸ਼ ਨਾਲ। ਗੁਰੂ ਦਾ ਉਪਦੇਸ਼ ਨਾਮ ਜਪਣੇ ਦਾ। ਨਾਮ ਜਪਦਿਆਂ ਜਿਵੇਂ ਮੀਂਹ ਪਵੇ ਤੇ ਅਗਨੀ ਸ਼ਾਂਤ ਹੋ ਜਾਂਦੀ ਹੈ। ਅੱਗ ਕਿਸੇ ਵੀ ਪ੍ਰਕਾਰ ਦੀ ਲੱਗੀ ਹੋਵੇ, ਤੇਜ਼ ਤੇਜ਼ ਮੀਂਹ ਪੈ ਜਾਏ, ਸਾਧ ਸੰਗਤ ਤੋਂ ਸ਼ਾਂਤ ਹੋ ਜਾਏਗੀ। ਪਾਣੀ ਤੇ ਪੁੱਛਦਾ ਹੀ ਨਹੀਂ ਕਿਹੜੇ ਬਾਲਣ ਤੋਂ ਲੱਗੀ ਹੈ। ਤੋ ਸਾਧ ਸੰਗਤ ਜਦੋਂ ਨਾਮ ਦਾ ਮੀਂਹ ਵਰਦਾ ਗੁਰੂ ਦੀ ਕਿਰਪਾ ਨਾਲ, ਉਦੋਂ ਇਹ ਅਗਨੀ ਸ਼ਾਂਤ ਹੋ ਜਾਂਦੀ ਹੈ, ਅੰਦਰ ਠੰਡ ਵਰਤ ਜਾਂਦੀ ਹੈ, ਮੈਲਾਂ ਧੁੱਪ ਜਾਂਦੀਆਂ ਨੇ ਨਿਰਮਲ ਜਲ ਨਾਮ ਦੇ ਨਾਲ। ਔਰ ਕਹਿੰਦੇ ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ ਭਗਤੀ ਨਹੀਂ ਮਿਲ ਸਕਦੀ, ਕਿਉਂਕਿ ਨਾ ਤ੍ਰਿਸ਼ਨਾ ਮੁੱਕਦੀ ਹੈ। ਆ ਤੁਸੀਂ ਦੇਖਿਆ ਹੋਣਾ, ਅੰਦਰ ਤ੍ਰਿਸ਼ਨਾ ਤੇ ਲੋਭ ਹੋਵੇ, ਬੰਦਾ ਜ਼ਿਆਦਾ ਵੀ ਬੋਲਦਾ ਹੈ। ਖਿਮਾ ਕਰਨਾ, ਬੰਦਾ ਉੱਚਾ ਵੀ ਬੜਾ ਬੋਲਦਾ ਹੈ, ਬੰਦਾ ਝੂਠ ਵੀ ਬੋਲਦਾ ਹੈ। ਸਤਿਗੁਰਾਂ ਨੇ ਬਾਣੀ ਵਿੱਚ ਆਖਿਆ ਹੈ, ਕਲ ਯੁਗ ਰਥ ਅਗਨ ਕਾ ਕੂੜ ਅਗੈ ਰਥਵਾ। ਜਿੱਦਣ ਜ਼ਿੰਦਗੀ ਨੂੰ ਸੰਤੋਖ ਦਾ ਰਥ ਮਿਲ ਜਾਂਦਾ ਹੈ, ਉਦਣ ਰਸਨਾ ਦੇ ਉੱਤੇ ਵੀ ਸੱਚ ਆ ਜਾਂਦਾ ਹੈ। ਲੋਭੀ ਤ੍ਰਿਸ਼ਨਾਲੂ ਬੰਦਾ ਆਪਣੇ ਭਰਾ ਨਾਲ ਵੀ ਸੱਚ ਨਹੀਂ ਬੋਲ ਸਕਦਾ, ਪਿਓ ਕੋਲ ਵੀ ਸੱਚ ਨਹੀਂ ਬੋਲ ਸਕਦਾ, ਪਤਨੀ ਕੋਲ ਵੀ ਸੱਚ ਨਹੀਂ ਬੋਲ ਸਕਦਾ, ਖਿਮਾ ਕਰ ਦੇਣਾ। ਔਰ ਸੰਤ ਹੈ ਕੁੱਲ ਸੰਸਾਰ ਵਿੱਚ ਸਾਧ ਸੰਗਤ ਜੀ, ਉਹਦੀ ਰਸਨਾ ਤੇ ਸੱਚ ਚੱਲਦਾ ਹੈ, ਕਿਉਂਕਿ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ ਵਾਲੀ ਸੁਹਾਗਣ ਹੁੰਦਾ ਹੈ ਉਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਗੁਰੂ ਦੇ ਉਪਦੇਸ਼ ਨਾਲ ਭਗਤੀ ਮਿਲਦੀ ਹੈ, ਹੋਰ ਕਿਤੈ ਭਗਤ ਨਾ ਹੋਵਈ, ਬਿਨ ਸਤਿਗੁਰ ਕੇ ਉਪਦੇਸ਼। ਮਨ ਰੇ ਗੁਰਮੁਖ ਅਗਨ ਨੀਵਾਰ, ਗੁਰ ਕਾ ਕਹਿਆ ਮਨ ਵਸੈ, ਹਉਮੈ ਤ੍ਰਿਸ਼ਨਾ ਮਾਰ। ਰਹਾਉ, ਰਹਾਉ ਦੀਆਂ ਪੰਕਤੀਆਂ। ਔਰ ਸਤਿਗੁਰੂ ਦੇ ਘਰ ਦੀ ਕਿੱਡੀ ਵੱਡੀ ਵਡਿਆਈ, ਆਪਣੇ ਮਨ ਨੂੰ ਕਹਿ ਕੇ ਜਗਤ ਨੂੰ ਉਪਦੇਸ਼ ਦਿੰਦੇ। ਨਹੀਂ ਤੇ ਗੁਰੂ ਨਾਨਕ ਤੇ ਜਿੱਥੇ ਵੀ ਦ੍ਰਿਸ਼ਟੀ ਪਾ ਦੇਣ, ਉੱਥੇ ਮਿੱਟੀ ਸੋਨਾ ਹੋ ਜਾਏ, ਮੋਇਆਂ ਵਿੱਚ ਜਾਨ ਪੈ ਜਾਂਦੀ। ਆਪ ਜੀ ਤੇ ਕੀਰਤਨ ਕਰਦੇ ਸੀ। ਕਵੀ ਸੰਤੋਖ ਸਿੰਘ ਕਹਿੰਦੇ, ਬਿਰਸ਼ਨ ਤੇ ਰਸ ਚੋਵਨ ਲਾਗ।
ਸਭ ਪਾਸੇ ਆਨੰਦ ਹੋ ਜਾਂਦਾ ਸੀ। ਐਸੇ ਸਤਿਗੁਰੂ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਡੇ ਤੇ ਕਿਰਪਾ ਕਰਦੇ। ਭਾਈ ਦੂਸਰੇ ਨੂੰ ਕਹਿਣਾ ਬੜਾ ਸੌਖਾ ਹੈ, ਆਪਣੇ ਮਨ ਨੂੰ ਕਹਿ ਕੇ ਵੇਖ। ਮਨ ਰੂਪੀ ਬੱਚੇ ਨੂੰ ਸਮਝਾਇਆ ਕਰੇ ਆਖੇ ਲੱਗ ਜਾਏ। ਮਨ ਨੂੰ ਕਹਿੰਦੇ ਨੇ, ਇਸ ਲਈ ਕਹਿੰਦੇ ਮਨ ਇਹ ਮਨਾ। ਹੁਣ ਸਾਧ ਸੰਗਤ ਜੀ ਇਸ ਮਨ ਨੂੰ ਸਮਝਾਉਣਾ, ਮਨ ਨੂੰ ਸੰਬੋਧਨ ਕਰਨਾ, ਦੂਸਰੇ ਨੂੰ ਤੇ ਬੰਦਾ ਝੱਟ ਹੀ ਕਹਿ ਲੈਂਦਾ ਹੈ। ਔਰ ਫਿਰ ਮਨ ਦੇ ਬਾਰੇ ਇੱਕ ਛੋਟੀ ਜੀ ਹੋਰ ਵਿਚਾਰ ਸਾਂਝੀ ਕਰਾਂ। ਜਿਵੇਂ ਬਲਬ ਹੈ ਨਾ, ਇੱਕ ਤੇ ਉਹਦਾ ਉਹ ਆਕਾਰ ਹੈ, ਡੱਬੇ ਵਿੱਚ ਪਾਇਆ ਬਲਬ ਲੈ ਆਉਂਦਾ। ਇੱਕ ਜਦੋਂ ਜਗ ਰਿਹਾ, ਜਿੱਥੇ ਤੱਕ ਉਹਦੀ ਰੌਸ਼ਨੀ ਫੈਲ ਜਾਂਦੀ, ਉਹ ਵੀ ਉਹਦਾ ਹੀ ਇੱਕ ਆਕਾਰ ਹੁੰਦਾ ਹੈ। ਇੱਦਾਂ ਹੀ ਸਾਡਾ ਮਨ ਹੈ, ਜਿੱਥੇ ਤੱਕ ਇਹ ਫੈਲਿਆ ਹੁੰਦਾ ਮਨਸਾ। ਔਰ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਸੁਣ ਮੇਰੀ ਮਨਸਾ ਮਨੈ ਮਾਹੇ, ਸਤ ਦੇਖ ਵਿਚਾਰ। ਇਸੇ ਨੂੰ ਕਬੀਰ ਸਾਹਿਬ ਕਹਿੰਦੇ ਨੇ। ਕਹਿੰਦੇ ਇਹ ਮਨ ਲੈ, ਇਹ ਮਨ ਜਿਹੜਾ ਸੰਸਾਰਿਕਤਾ ਵਾਲੇ ਪਾਸੇ ਚੱਲਦਾ ਹੈ। ਸਾਧ ਸੰਗਤ ਜੀ, ਕਬੀਰ ਜੀ ਕਹਿੰਦੇ ਉੱਥੋਂ ਇਹਨੂੰ ਕੱਢ, ਥੋੜਾ ਜਿਹਾ ਇਕੱਠਿਆਂ ਕਰ। ਇਹ ਮਨ ਲੈ ਜੋ ਉਨ ਮਨ ਰਹਿ, ਰੱਬ ਵਾਲੇ ਪਾਸੇ ਰਹਿਣ ਲੱਗ ਪਵੇ। ਤੋ ਤੀਨ ਲੋਗ ਕੀ ਬਾਤੈਂ ਕਹੈ, ਫਿਰ ਤੇ ਤਿੰਨਾਂ ਲੋਕਾਂ ਦੀਆਂ ਗੱਲਾਂ ਕਹਿਣ ਲੱਗ ਪੈਂਦਾ ਹੈ। ਇਹ ਮਨ ਹੀ ਪਦਾਰਥ ਹੈ। ਬਾਣੀ ਕਹਿੰਦੀ ਮਨ ਹੀ ਪਰਮੇਸ਼ਰ ਹੈ। ਜਦੋਂ ਇਹ ਸੰਸਾਰਿਕਤਾ ਵਾਲੇ ਪਾਸੇ ਦੌੜਦਾ, ਇਹ ਕੀੜੇ ਵਰਗਾ ਕਿਹਾ ਹੈ। ਜਦੋਂ ਉੱਧਰ ਜੁੜ ਜਾਂਦਾ, ਉਦੋਂ ਇਹ ਪੰਛੀ ਬਣ ਜਾਂਦਾ ਹੈ। ਸਾਧ ਸੰਗਤ ਜੀ ਸੁਣ ਗੱਲਾਂ, ਆਕਾਸ ਕੀ ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ, ਜੋਦੜੀ ਕਰਨੀ ਹੁੰਦੀ ਹੈ। ਫਿਰ ਗੁਰੂ ਨਾਨਕ ਇੱਧਰੋਂ ਕੱਢ ਕੇ ਮਨ ਨੂੰ ਉੱਧਰ ਲਾ ਲੈਂਦੇ ਨੇ। ਸਤਿਗੁਰ ਕਹਿੰਦੇ ਮਨ ਰੇ ਗੁਰਮੁਖ ਅਗਨ ਨੀਵਾਰ। ਕਹਿੰਦੇ ਗੁਰੂ ਵਾਲੇ ਪਾਸੇ ਮੁੱਖ ਕਰ, ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠ, ਗੁਰਬਾਣੀ ਨਾਲ ਡੂੰਗੀ ਸਾਂਝ ਪਾ। ਕਹਿੰਦੇ ਮੁੱਖ ਗੁਰੂ ਵੱਲ ਰੱਖੇਗਾ। ਇਹ ਬੜਾ ਇੱਕ ਇੱਕ ਪੰਕਤੀ ਸਮਾਂ ਮੰਗਦੀ ਹੈ। ਮਨ ਰੇ ਗੁਰਮੁਖ ਅਗਨ ਨਿਵਾਰ। ਕਥਾ ਕਰਦਿਆਂ ਮੈਨੂੰ ਬੜੇ ਪ੍ਰਮਾਣ ਚੇਤੇ ਆਉਂਦੇ ਨੇ, ਜਿੰਨਾ ਮਰਜ਼ੀ ਸਮਾਂ ਹੋਰ ਦੇ ਦੇਣ। ਜਾਂ ਫਿਰ ਕਿਤੇ ਬਹਿਸ ਕਰਨੀ ਹੋਵੇ, ਬੰਦੇ ਨੂੰ ਗੁਰਬਾਣੀ ਦੀਆਂ ਬੜੀਆਂ ਪੰਕਤੀਆਂ ਚੇਤੇ ਆ ਜਾਂਦੀਆਂ, ਸਵੇਰ ਤੋਂ ਸ਼ਾਮ ਤੱਕ ਭਾਵੇਂ ਬਹਿਸ ਕਰਾ ਲਓ। ਪਰ ਮਨ ਰੇ ਗੁਰਮੁਖ ਅਗਨ ਨਿਵਾਰ। ਕਹਿੰਦੇ ਐ ਮਨਾ, ਗੁਰੂ ਦੇ ਸਨਮੁਖ ਰਿਹਾ ਕਰ। ਤੇਰੇ ਅੰਦਰ ਦੀ ਤ੍ਰਿਸ਼ਨਾ ਦੀ ਅਗਨੀ ਜਿਹੜੀ ਹੈ ਉਹ ਮੁੱਕ ਜਾਏ। ਗੁਰ ਕਾ ਕਹਿਆ ਮਨ ਵਸੈ, ਤੇਰੇ ਮਨ ਵਿੱਚ ਨਹੀਂ ਵਸਿਆ। ਬਹਿਸ ਵੇਲੇ ਬੜੀਆਂ ਚੇਤੇ ਆਉਂਦੀਆਂ ਪੰਕਤੀਆਂ, ਕਥਾ ਕਰਨ ਲੱਗਿਆਂ ਬੜੀਆਂ ਚੇਤੇ ਆਉਂਦੀਆਂ, ਪਰ ਜੀਵਨ ਦੀ ਹਰੇਕ ਖੇਡ ਖੇਡਦਿਆਂ ਗੁਰਬਾਣੀ ਤੇਰੇ ਅੱਗੇ ਰਵੇ, ਗੁਰੂ ਦੀ ਮੱਤ ਤੇਰੇ ਅੱਗੇ ਰਵੇ। ਕਹਿੰਦੇ ਮਨ ਰੇ ਗੁਰਮੁਖ ਅਗਨ ਨੀਵਾਰ। ਫਿਰ ਆਪੇ ਹੀ ਅਗਨੀ ਸ਼ਾਂਤ ਹੋਏਗੀ। ਗੁਰੂ ਦੇ ਸਨਮੁਖ ਰਿਹਾ ਕਰ। ਕਹਿੰਦੇ ਗੁਰ ਕਾ ਕਹਿਆ ਮਨ ਵਸੈ। ਜਦੋਂ ਗੁਰੂ ਦਾ ਕਿਹਾ ਮਨ ਵਿੱਚ ਵਸ ਜਾਂਦਾ ਹੈ। ਕਈ ਬੰਦੇ ਨਾ, ਪਾਣੀ ਦੀ ਬੋਤਲ ਹੈ, ਛੇਕ ਹੋਇਆ ਨਹੀਂ, ਅੰਦਰੋਂ ਹਲਕੀ, ਪਾਣੀ ਵਿੱਚ ਦੱਬ ਕੇ ਰੱਖੋ, ਛੱਡੋ ਪਟਾਕਾ ਮਾਰ ਕੇ ਬਾਹਰ। ਜੇ ਉਹਦੇ ਵਿੱਚ ਛੇਦ ਪੈ ਜਾਏ ਫਿਰ ਭਰ ਜਾਏਗੀ, ਗੌਰੀ ਹੋ ਜਾਏਗੀ, ਫਿਰ ਵਿੱਚੇ ਰਹੇਗੀ। ਇੱਦਾਂ ਸਾਡਾ ਮਨ ਹੈ। ਔਰ ਇਹਦੇ ਲਈ ਜੋ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਗਾਵੀਐ ਸੁਣੀਐ ਮਨ ਰੱਖੀਐ ਪਾਓ। ਸਾਧ ਸੰਗਤ ਬਾਰੰਬਾਰ ਗੁਰੂ ਦੇ ਬਚਨਾਂ ਨੂੰ ਸਰਵਣ ਕਰਨਾ, ਬਾਰੰਬਾਰ ਅੰਦਰ ਮਨਨ ਕਰਨਾ, ਬਾਰੰਬਾਰ ਇਸ ਵਿਚਾਰ ਵਿੱਚ ਡੁੱਬਣਾ। ਗੁਰੂ ਜੀ ਕੀ ਕਹਿੰਦੇ ਨੇ, ਮੈਂ ਕਿੱਥੇ ਖੜਾ। ਕਹਿੰਦੇ ਗੁਰ ਕਾ ਕਹਿਆ ਮਨ ਵਸੈ, ਹਉਮੈ ਤ੍ਰਿਸ਼ਨਾ ਮਾਰ। ਫਿਰ ਕਹਿੰਦੇ ਹਉਮੈ ਅਤੇ ਤ੍ਰਿਸ਼ਨਾ, ਕਿਉਂਕਿ ਮੂਲ ਹਉਮੈ ਹੀ ਹੈ।
ਤ੍ਰਿਸ਼ਨਾ ਅੱਗੇ ਅੱਗੇ ਤਾਂ ਚੱਲਦੀ, ਮੈਂ ਆਪਣੀ ਹਉਮੈ ਨੂੰ ਵੱਡਾ ਕਰਨਾ ਚਾਹੁੰਦਾ, ਇਹ ਵੀ ਮੇਰਾ, ਇਹ ਵੀ ਮੇਰਾ, ਇਹ ਵੀ ਮੇਰਾ। ਕਿਉਂਕਿ ਹੁਣ ਹਉਮੈ ਤੇ ਇਦਾਂ ਹੀ ਵੱਧਦੀ ਹੈ। ਸਾਧ ਸੰਗਤ ਜੀ, ਗੁਰੂ ਦੇ ਚਰਨਾਂ ਵਿੱਚ ਆ ਕੇ ਤੂੰ ਦਾ ਸਬਕ ਪੜ੍ਹਦਾ ਹੈ, ਫਿਰ ਇਹ ਬੂੰਦ ਸਾਗਰ ਵਿੱਚ ਸਮਾਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਗੁਰ ਕਾ ਕਹਿਆ ਮਨ ਵਸੈ, ਹਉਮੈ ਤ੍ਰਿਸ਼ਨਾ ਮਾਰ ਰਹਾਓ। ਮਨ ਮਾਣਕ ਨਿਰਮੋਲ ਹੈ, RAM ਨਾਮ ਪਤ ਪਾਏ। ਇਹ ਮਨ ਮੋਤੀ ਹੈ, ਮਨ ਕੈ ਰਤਨ ਹੈ ਨਿਰਮੋਲ, ਕੋਈ ਮੁੱਲ ਨਹੀਂ ਦੇ ਸਕਦਾ। ਪਰ ਉਦੋਂ ਜਦੋਂ ਅੰਦਰ ਉਹਦੀ ਯਾਦ ਵਸੀ ਹੋਵੇ, ਜਦੋਂ ਉਹਦਾ ਅੰਦਰ ਨਾਮ ਵਸਿਆ ਹੋਵੇ, ਉੱਦਾਂ ਤੇ ਮਨ ਨੂੰ ਖੋਤਾ ਵੀ ਕਿਹਾ ਬਾਣੀ ਦੇ ਅੰਦਰ, ਮਨ ਨੂੰ ਕਰਹਲਾ ਵੀ ਕਿਹਾ ਹੈ, ਪਰ ਮਨ ਜੋਤ ਸਰੂਪ ਵੀ ਹੈ। ਸਤਿਗੁਰੂ ਕਹਿੰਦੇ ਉਦੋਂ ਇਹਦੀ ਇੱਜ਼ਤ ਹੈ। ਜਿਹੜਾ ਪਸ਼ੂ ਦੁੱਧ ਦਿੰਦਾ, ਬਾਣੀ ਕਹਿੰਦੀ ਉਹਦੀ ਬੜੀ ਇੱਜ਼ਤ ਹੈ। ਤੇ ਜਿਹੜੇ ਮਨ ਵਿੱਚ ਪਰਮੇਸ਼ਰ ਦੀ ਯਾਦ ਟਿਕੀ ਹੋਵੇ, ਉਹਨੂੰ ਭੁੱਖ ਕੋਈ ਨਹੀਂ ਹੁੰਦੀ। ਬੇਨਤੀ ਕਰਦੇ ਹਾਂ, ਉਹਨੂੰ ਭੁੱਖ ਨਹੀਂ ਰਹਿੰਦੀ ਹੈ, ਕਿਉਂਕਿ ਉਹਨੂੰ ਸਭ ਤੋਂ ਵੱਡੀ ਵਡਿਆਈ ਉਹਦੀ ਯਾਦ ਦੀ ਮਿਲ ਜਾਂਦੀ ਹੈ, ਉਹਦੇ ਸਿਮਰਨ ਦੀ ਮਿਲ ਜਾਂਦੀ ਹੈ। ਪਰ ਸਿਮਰਨ ਵਾਲੇ ਸਭ ਥਾਵਾਂ 'ਤੇ ਪੱਤ ਪਾਉਂਦੇ ਨੇ, ਇੱਜ਼ਤ ਪਾਉਂਦੇ ਨੇ। ਕਹਿੰਦੇ ਮਨ ਮਾਣਕ ਨਿਰਮੋਲ ਹੈ, RAM ਨਾਮ ਪਤ ਪਾਏ। ਮਹਾਰਾਜ ਜੀ, ਮਿਲੇਗਾ ਕਿੱਥੋਂ ਪਰਮੇਸ਼ਰ ਦਾ ਨਾਮ? ਮਿਲ ਸਤ ਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ। ਕਹਿੰਦੇ ਸਤ ਸੰਗਤ ਵਿੱਚ ਆ ਜਾਇਆ ਕਰ। ਤਾਂ ਬੇਨਤੀ ਕਰੀਦੀ ਹੈ, ਜੋ ਕੁਝ ਸਤ ਸੰਗ ਵਿੱਚੋਂ ਮਿਲਦਾ ਹੋਰ ਕਿਤੋਂ ਨਹੀਂ ਮਿਲਦਾ। ਜੋ ਕੁਝ ਸਤ ਸੰਗ ਵਿੱਚੋਂ ਮਿਲਣਾ ਹੋਰ ਕਿਤੋਂ ਨਹੀਂ ਮਿਲਣਾ। ਰਾਜਿਆਂ ਮਹਾਰਾਜਿਆਂ ਦੇ ਦਰਬਾਰ ਤੋਂ ਵੀ ਨਹੀਂ ਮਿਲੇਗਾ, ਕਿਉਂਕਿ ਉਹ ਵਸਤੂ ਉਹਨਾਂ ਦੇ ਕੋਲ ਹੀ ਨਹੀਂ ਜਿਹਨੇ ਤੈਨੂੰ ਸ਼ਾਂਤ ਕਰਨਾ, ਆਨੰਦਿਤ ਕਰਨਾ, ਜਿਹਨੇ ਤੈਨੂੰ ਰਸ ਵਿੱਚ ਰੱਖਣਾ, ਜਿਹਨੇ ਤੈਨੂੰ ਰੰਗ ਦੇਣਾ ਹੈ। ਇਸ ਲਈ ਸਤਿਗੁਰ ਕਹਿੰਦੇ ਮਿਲ ਸਤ ਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ। ਗੁਰੂ ਵਾਲੇ ਪਾਸੇ ਮੁਖ ਰੱਖੇਗਾ, ਤੇਰੀ ਲਿਵ ਲੱਗ ਜਾਏ। ਲਿਵ ਹੁੰਦੀ ਹੈ ਜਦੋਂ ਵਕਫਾ ਖਤਮ ਹੋ ਜਾਏ, ਉੱਦਾਂ ਨਾ ਵਿੱਚ ਵਕਫਾ ਪੈਂਦਾ ਰਹਿੰਦਾ, ਵਿੱਚ ਜਿਹੜਾ ਅੰਤਰਾਲ ਪੈਂਦਾ ਰਹਿੰਦਾ। ਲਿਵ ਦਰਿਆ ਦਾ ਵਹਿਣ ਹੁੰਦਾ, ਔਰ ਸਿੱਖੀ ਬੇਸਿਕਲੀ ਲਿਵ ਦੀ ਹੈ। ਜਿਵੇਂ ਦਰਿਆ ਵਿੱਚ ਹਰ ਵੇਲੇ ਪਾਣੀ ਚੱਲਦਾ ਸਾਗਰ ਵੱਲ ਨੂੰ, ਸਿੱਖੀ ਤਾਂ ਹੀ ਕਿਹਾ ਗੁਰੂ ਸਮੁੰਦ ਨਦੀ ਸਭ ਸਿੱਖੀ। ਤੋ ਸਤਿਗੁਰੂ ਕਹਿੰਦੇ ਮਿਲ ਸਤ ਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ। ਆਪ ਗਿਆ ਸੁਖ ਪਾਇਆ, ਮਿਲ ਸਲਲੈ ਸਲਲ ਸਮਾਏ। ਸੰਗਤ ਵਿੱਚ ਆਇਆ, ਨਾਮ ਬੰਦਗੀ ਵਿੱਚ ਲੱਗਿਆ, ਆਪ ਗਿਆ। ਆਪਣਾ ਆਪਾ ਭਾਵ ਸੁਆਰਥ ਮੈਂ ਹਾਂ ਵਿੱਚੋਂ ਚਲੇ ਜਾਂਦੀ ਹੈ। ਉੱਦਾਂ ਤੇ ਬੜੇ ਯਤਨ ਹੋ ਜਾਂਦੀ ਨਹੀਂ। ਨਿਮਖ ਨਿਮਖ ਕਰ ਸਰੀਰ ਘਟਾਵੈ, ਤਉ ਵੀ ਹਉਮੈ ਮੈਲ ਨਾ ਜਾਵੇ। ਨਹੀਂ ਜਾਂਦੀ, ਮੈਲ ਬੜੀ ਭਾਰੀ ਹੈ। ਸਤਿਗੁਰ ਤਾਂ ਕਹਿੰਦੇ ਦੇਸਾਟਤ ਕਰਨ ਦੇ ਨਾਲ, ਭੇਖਾਂ ਨਾਲ ਇਹ ਬਿਮਾਰੀ ਨਹੀਂ ਜਾਂਦੀ, ਇਹ ਮੈਲ ਨਹੀਂ ਹਟਦੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਵਿੱਚ ਆ, ਨਾਮ ਜਪ, ਫੇਰ ਖੇਡ ਬਣਦੀ ਹੈ। ਆਪ ਗਿਆ ਸੁਖ ਪਾਇਆ। ਸਦ ਸੰਗਤ ਜੀ, ਹੰਕਾਰ ਚਲੇ ਜਾਣ ਦਾ ਜਿਹੜਾ ਸੁੱਖ ਹੈ, ਜਿਹਨੂੰ ਮਿਲਦਾ ਉਹੀ ਜਾਣਦਾ, ਦੂਸਰੇ ਨੂੰ ਨਹੀਂ ਪਤਾ। ਆਪ ਗਿਆ ਸੁਖ ਪਾਇਆ, ਮਿਲ ਸਲਲੈ ਸਲਲ ਸਮਾਏ। ਪਾਣੀ ਸਲਲ, ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ। ਇਹਦੇ ਵੀ ਕਈ ਤਰ੍ਹਾਂ ਦੀ ਇਹਦੀ ਵਿਆਖਿਆ ਹੈ, ਮੈਂ ਵਿਸਥਾਰ ਵਿੱਚ ਨਹੀਂ ਜਾਂਦਾ। ਪਾਣੀ ਟੁੱਟ ਜਾਂਦਾ ਚਲਦੇ ਹੋਏ ਵਹਾਓ ਨਾਲ, ਉਹਦੇ ਵਿੱਚ ਕਿਰਮ ਜੰਤ ਪੈ ਜਾਂਦੇ ਨੇ। ਇੱਕ ਐਸਾ ਉਦਾਹਰਣ ਦਿੱਤਾ ਜਾਂਦਾ ਹੈ। ਇੱਕ ਦਰਿਆ ਦਾ ਸਾਗਰ ਵੱਲ ਦਾ ਉਦਾਹਰਣ ਦਿੱਤਾ ਜਾਂਦਾ ਹੈ
ਇੱਕ ਬਾਣੀ ਵਿੱਚ ਹੋਰ ਪੰਕਤੀ ਆਉਂਦੀ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ। ਉਹਦਾ ਕੀ ਭਾਵ ਹੈ? ਸੂਰਜ ਦੀਆਂ ਕਿਰਨਾਂ ਨਿੱਘ ਮਿਲੀ, ਬਰਫ਼ ਜੰਮੀ ਹੋਈ ਸੀ, ਹੈ ਤੇ ਪਾਣੀ ਸੀ। ਹੰਕਾਰ ਇੱਦਾਂ ਜੰਮਿਆ ਹੁੰਦਾ, ਦੂਸਰੇ ਤੋਂ ਵਖਰੇਵਾਂ, ਮੈਂ ਵੱਡਾ, ਮੈਂ ਵੱਡਾ। ਤੋ ਸਾਧ ਸੰਗਤ ਜੀ, ਸੂਰਜ ਕਿਰਨ ਮਿਲੇ। ਤੇ ਇੱਥੇ ਮੈਂ ਇੱਕ ਬੇਨਤੀ ਅਕਸਰ ਕਰਦਾ, ਜਿਸ ਜਗ੍ਹਾ ਤੇ ਪਾਣੀ ਜੰਮ ਕੇ ਬਰਫ਼ ਬਣ ਜਾਂਦਾ, ਮੈਂ ਉੱਥੇ ਆਪਣੀ ਬਰਫ਼ ਲੈ ਕੇ ਜਾਵਾਂ ਤੇ ਫਿਰ ਆਖਾਂ ਵੀ ਇਹ ਪਾਣੀ ਨਹੀਂ ਬਣਿਆ। ਜਿੱਥੇ ਪਾਣੀ ਰੱਖੋ ਤੇ ਬਰਫ਼ ਬਣਦਾ, ਮੈਂ ਉੱਥੇ ਬਰਫ਼ ਲੈ ਕੇ ਜਾਵਾਂ ਆਖਾਂ ਪਾਣੀ ਨਹੀਂ ਬਣਿਆ, ਤੇ ਮੇਰੀ ਅਗਿਆਨਤਾ ਹੈ। ਇਸ ਬਰਫ਼ ਨੂੰ ਉੱਥੇ ਲੈ ਕੇ ਜਾਣਾ ਪਏਗਾ ਜਿੱਥੇ ਭਗਤੀ ਦੀ ਨਿੱਘ ਹੋਏ, ਜਿੱਥੇ ਸੂਰਜ ਦੀਆਂ ਕਿਰਨਾਂ ਪੈਣ, ਨਾਮ ਬੰਦਗੀ ਦੀ ਨਿੱਘ ਹੋਵੇ। ਬੰਦਾ ਹੰਕਾਰੀਆਂ ਵਿੱਚ ਬੈਠਦਾ, ਉਹ ਵੀ ਛੱਡਦੇ ਨੇ, ਮੈਂ ਵੀ ਛੱਡਣ ਲੱਗ ਪੈਣਾ, ਕਿੱਥੋਂ ਖੁਰੇਗਾ? ਇਹ ਤੇ ਨਾਮ ਬੰਦਗੀ ਵਾਲਿਆਂ ਵਿੱਚ ਆ ਕੇ ਬੈਠੇਗਾ ਸਾਧ ਸੰਗਤ ਵਿੱਚ। ਤਾਂ ਕਿਹਾ ਭਾਈ ਸਾਧ ਸੰਗਤ ਵਿੱਚ ਆਇਆ ਕਰ, ਆਪ ਗਿਆ ਸੁਖ ਪਾਇਆ, ਮਿਲ ਸਲ ਲੈ ਸਲਲ ਸਮਾਏ। ਹੁਣ ਉਹਨਾਂ ਦੀ ਹਾਲਤ ਇੱਕ ਤਰ੍ਹਾਂ ਨਾਲ ਹੋਰ ਦੱਸਦੇ ਨੇ ਜਿਹੜੇ ਇਸ ਪਾਸੇ ਨਹੀਂ ਚੱਲੇ। ਜਿਨ ਹਰ ਹਰ ਨਾਮ ਨ ਚੇਤਿਆ, ਕਹਿੰਦੇ ਜਿਨ੍ਹਾਂ ਨੇ ਜਿਨ ਹਰ ਹਰ ਨਾਮ ਨ ਚੇਤਿਓ, ਸੋ ਔਗਣ ਆਵੈ ਜਾਏ। ਕਹਿੰਦੇ ਔਗਣਾਂ ਨਾਲ ਭਰੇ ਰਹਿੰਦੇ ਨੇ, ਵਿਕਾਰਾਂ ਨਾਲ ਭਰੇ ਰਹਿੰਦੇ ਨੇ, ਹਰੀ ਦਾ ਸਿਮਰਨ ਨਹੀਂ, ਆਵਣ ਜਾਵਣ ਦਾ ਗੇੜ ਉਹਨਾਂ ਦਾ ਚੱਲਦਾ ਰਹਿੰਦਾ। ਕਿਉਂਕਿ ਕਾਲ ਚੱਕਰ ਵਿੱਚੋਂ ਨਿਕਲ ਕੇ ਅਕਾਲ ਵਿੱਚ ਸਮਾਏ ਨਹੀਂ। ਅਕਾਲ ਵਿੱਚ ਸਮਾਏ ਕਿਉਂ ਨਹੀਂ? ਕਿਉਂਕਿ ਅਕਾਲ ਦਾ ਸਿਮਰਨ ਹੀ ਨਹੀਂ ਕੀਤਾ, ਉਹਨੂੰ ਚੇਤੇ ਹੀ ਨਹੀਂ ਕੀਤਾ। ਸਾਨੂੰ ਹੁਕਮ ਸਵਾਸ ਸਵਾਸ ਦਾ ਤਾਂ ਹੈ ਕਿਉਂਕਿ ਸਵਾਸਾਂ ਦੇ ਜਹਾਜ਼ 'ਤੇ ਚੜਾਂਗੇ, ਨਾਮ ਦੇ ਜਹਾਜ਼ 'ਤੇ ਚੜਾਂਗੇ। ਇਹ ਨਾਮ ਦਾ ਜਹਾਜ਼ ਫਿਰ ਸਾਨੂੰ ਕਾਲ ਵਿੱਚੋਂ ਉਠਾ ਕੇ ਅਕਾਲ ਵਿੱਚ ਲੈ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਨ ਹਰ ਹਰ ਨਾਮ ਨ ਚੇਤਿਓ, ਸੋ ਔਗਣ ਆਵੈ ਜਾਏ। ਕਹਿੰਦੇ ਜਿਸ ਸਤਿਗੁਰ ਪੁਰਖ ਨਾ ਭੇਟਿਓ, ਕਹਿੰਦੇ ਸੋ ਭਉ ਜਲ ਪਚੈ ਪਚਾਏ। ਜਿਨ੍ਹਾਂ ਨੂੰ ਮਨੁੱਖਾ ਦੇਈ ਲੈ ਕੇ ਗੁਰੂ ਦਾ ਮਿਲਾਪ ਹੀ ਨਹੀਂ ਨਸੀਬ ਹੋਇਆ, ਕਹਿੰਦੇ ਉਹ ਭਉ ਜਲ ਵਿੱਚ ਹੀ ਪਚੈ ਪਚਾਏ ਖਪਦੇ ਰਹਿੰਦੇ ਨੇ, ਜੰਮਦੇ ਮਰਦੇ ਰਹਿੰਦੇ ਨੇ, ਆਵਣ ਜਾਵਣ ਦਾ ਗੇੜ ਇੱਥੇ ਹੀ ਖਪ ਰਹੇ ਨੇ। ਉਹ ਕਹਿੰਦੇ ਇਹ ਮਾਣਕ ਜੀਓ ਨਿਰਮੋਲ ਹੈ, ਕੌਡੀ ਬਦਲੈ ਜਾਏ। ਇਹ ਜਿਹੜਾ ਮਨੁੱਖਾ ਸਰੀਰ ਅੰਦਰ ਜਿਹੜਾ ਜੀਓ ਜਿੰਦ ਪ੍ਰਭੂ ਨੇ ਪਾਈ, ਇਹ ਸਵਾਸਾਂ ਦੀ ਗਤੀ ਚੱਲ ਰਹੀ। 84 ਲੱਖ ਜੂਨੀਆਂ ਨਾਲੋਂ ਸ੍ਰੇਸ਼ਟ ਇਹ ਸਭ ਤੋਂ ਸਾਨੂੰ ਪਵਿੱਤਰ ਸਰੀਰ ਮਿਲਿਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਰਾਹ 'ਤੇ ਚੱਲ ਰਿਹਾ ਕੌਡੀਆਂ ਦੇ ਬਦਲੇ ਜਾ ਰਿਹਾ। ਹੁਣ ਦੁਬਾਰਾ ਤੋਂ ਫੇਰ ਦੱਸਦੇ ਨੇ, ਕਹਿੰਦੇ ਜਿਨ੍ਹਾਂ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ। ਜਿਨ੍ਹਾਂ ਨੂੰ ਸਤਿਗੁਰੂ ਮਿਲਿਆ, ਬੱਧੋਗਿਰੀ ਨਹੀਂ ਵੀ ਨਿਤਨੇਮ ਨਬੇੜਨਾ। ਇਹ ਸਵੇਰੇ ਸਵੇਰੇ ਨਿਤਨੇਮ ਇਸ ਲਈ ਸਾਨੂੰ ਦਿੱਤਾ ਹੈ, ਸਾਰੀ ਦਿਹਾੜੀ ਤੇਰੀ ਸੁਰਤ ਦਾ ਸ਼ਬਦ ਨਾਲ ਵਪਾਰ ਚੱਲੇ, ਸਾਰੀ ਦਿਹਾੜੀ ਤੇਰੇ ਅੰਦਰ ਰਤਨਾਂ ਦਾ ਵਪਾਰ ਚੱਲੀ ਜਾਏ ਚੱਲੀ ਜਾਏ। ਇਹ ਨਹੀਂ ਵੀ ਇਹ ਕੰਮ ਨਿਪਟਾਣਾ, ਨਹੀਂ, ਇਹ ਕੰਮ ਸ਼ੁਰੂ ਕਰਨ ਲਈ ਤੇਰਾ ਸੁਭਾਅ ਬਣਾਇਆ ਗਿਆ ਹੈ ਤੇ ਇਹ ਤੂੰ ਬੜੇ ਰਸ ਨਾਲ ਕਰਨਾ, ਸਵਾਦ ਨਾਲ ਕਰਨਾ। ਫਿਰ ਗੁਰੂ ਵੀ ਤੈਨੂੰ ਸਾਰੀ ਦਿਹਾੜੀ ਰਸ ਨਾਲ ਕੇ ਸਾਰੀ ਜ਼ਿੰਦਗੀ ਮਿਲਿਆ ਰਹੇਗਾ। ਤੇ ਜਿਨ੍ਹਾਂ ਨੂੰ ਮਿਲਿਆ ਹੋਇਆ ਹੈ, ਜਿਨ੍ਹਾਂ ਸਤਿਗੁਰ ਰਸ ਮਿਲੈ, ਆਪਾਂ ਕਈ ਵਾਰੀ ਕਹਿੰਦੇ ਆ ਨਾ ਸਾਡੀ ਦੂਰੋਂ ਦੂਰੋਂ ਉਹਨਾਂ ਨਾਲ ਹੈਲੋ ਹੈ, ਬਹੁਤੀ ਨੇੜਤਾ ਨਹੀਂ, ਬਹੁਤਾ ਪਿਆਰ ਨਹੀਂ। ਭਾਈ ਕਈਆਂ ਦਾ ਇੱਦਾਂ ਹੀ ਹੈ, ਕੰਮ ਪੈ ਗਿਆ ਆ ਗਏ, ਉਹਦਾ ਗੁਰੂ ਬਖਸ਼ਿੰਦ ਹੈ, ਕੰਮ ਸਵਾਰ ਦਿੰਦਾ। ਪਰ ਬੇਨਤੀ ਕਰਾਂ ਜਿਨ੍ਹਾਂ ਦਾ ਬੜਾ ਰਸ ਵਾਲਾ ਮਿਲਾਪ ਹੈ,
ਜਿਨ੍ਹਾਂ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ। ਉਹ ਪੂਰੇ ਭਾਂਡੇ ਨੇ, ਉਹ ਬੜੇ ਸੁਜਾਨ ਗਿਆਨੀ ਨੇ। ਗੁਰ ਮਿਲ ਭਉ ਜਲ ਲੰਘੀਐ ਦਰਗਹਿ ਪਤ ਪਰਵਾਨ। ਗੁਰੂ ਨੂੰ ਮਿਲ ਕੇ ਇਹ ਭਉਜਲ ਜਗਤ ਡਰ ਅੰਦਰੋਂ ਮੁੱਕ ਜਾਂਦਾ। ਜਿੰਨੀ ਦੇਰ ਸਵਾਸ ਹਨ ਇੱਥੇ ਬੈਠਾ, ਪਰ ਜਾਣੇ ਦਾ ਵੀ ਡਰ ਮੁੱਕਿਆ ਹੋਇਆ। ਗੁਰ ਮਿਲ ਭਉਜਲ ਲੰਘੀਐ, ਕੱਲਾ ਭਉਜਲ ਹੀ ਨਹੀਂ, ਦਰਗਹਿ ਪਤ ਪਰਵਾਨ। ਉਹਦੀ ਹਜ਼ੂਰੀ ਵਿੱਚ ਇੱਥੇ ਰਹਿੰਦੇ ਉਹਦਾ ਅਨੁਭਵ ਗੁਰਮੁਖਾਂ ਨੂੰ ਸਤਿਗੁਰੂ ਕਰਾਉਂਦੇ ਨੇ। ਤਾਂ ਕਹਿੰਦੇ ਨੇ ਦਰਗਹਿ ਪਤ ਪਰਵਾਨ। ਦਰਗਾਹ ਵਿੱਚ ਉਹ ਪਰਵਾਨ ਹੁੰਦੇ ਨੇ, ਉੱਥੇ ਪਰਵਾਨ ਹੋਣਾ ਹੀ ਅਸਲ ਪਤ ਹੈ। ਨਾਨਕ ਤੇ ਮੁਖ ਉਜਲੇ ਧੁਨ ਉਪਜੈ ਸ਼ਬਦ ਨੀਸਾਨ। ਆਖਦੇ ਨੇ ਤਰਲੋਕੀ ਦੇ ਨਾਥ ਗੁਰੂ ਨਾਨਕ ਪਿਤਾ ਜੀ, ਕਹਿੰਦੇ ਉਹਨਾਂ ਦੇ ਮੁਖ ਉਜਲੇ ਨੇ। ਹਰ ਵੇਲੇ ਅੰਦਰ ਨਾਮ ਦੀ ਧੁਨ ਉਪਜਦੀ ਹੈ, ਸ਼ਬਦ ਦਾ ਉਹਨਾਂ ਦੇ ਉੱਤੇ ਨਿਸ਼ਾਨ ਪੈਂਦਾ। ਵਾਜੇ ਵੱਜਦੇ ਨੇ ਹਰ ਵੇਲੇ ਅੰਦਰ ਨਾਮ ਦੇ, ਬੰਦਗੀ ਦੇ, ਸਿਮਰਨ ਦੇ। ਇੱਥੇ ਵੀ ਪਤ ਉੱਥੇ ਵੀ ਪਤ। ਸਤਿਗੁਰੂ ਜੀ ਦਇਆ ਦ੍ਰਿਸ਼ਟੀ ਕਰਨ, ਆਪਾਂ ਸਾਰਿਆਂ ਨੂੰ ਨਾਮ ਬੰਦਗੀ ਦੇ ਰੰਗ ਵਿੱਚ ਰੰਗਣ। ਸਤਿਕਾਰਯੋਗ ਹੈੱਡ ਗ੍ਰੰਥੀ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਜਿਨ੍ਹਾਂ ਤੋਂ ਆਪ ਜੀ ਨੇ ਪਾਠ ਵੀ ਸਰਵਣ ਕੀਤਾ, ਬਹੁਤ ਬਹੁਤ ਧੰਨਵਾਦ। ਬਾਕੀ ਦੇ ਵੀ ਸਮੂਹ ਗਿਆਨੀਆਂ ਦਾ, ਧਿਆਨੀਆਂ ਦਾ, ਸੇਵਾਦਾਰਾਂ ਦਾ, ਇੱਥੋਂ ਦੇ ਪ੍ਰਬੰਧ ਦਾ, ਸਾਰਿਆਂ ਦਾ ਧੰਨਵਾਦ। ਆਪ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਜਿਨ੍ਹਾਂ ਨੇ ਪਿਆਰ ਅਦਬ ਸਹਿਤ ਸਰਵਣ ਕੀਤਾ। ਕੋਟਾਨ ਕੋਟ ਸ਼ੁਕਰਾਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ